ਸੋ ਡਾਕਟਰ ਸਾਹਿਬ ਖੋਜ ਹੁਣ ਇਸ ਤੇ ਕੀ ਹੋਈ ਹੈ ਅਲਸੀ ਤੇ? ਸੋ ਅਲਸੀ ਤੁਸੀਂ ਦੇਖੋ ਕਦੇ ਵੀ ਖੁਰਾਕ ਵਜੋਂ ਇੰਨੀ ਪ੍ਰਫੁੱਲਿਤ ਨਹੀਂ ਸੀ ਹੋਈ। 9000 ਸਾਲ ਪਹਿਲਾਂ ਦੇ ਤੁਰਕੀ ਦੇ ਜੇ ਤੁਸੀਂ ਦੇਖੋਗੇ ਉਹਨਾਂ ਦੇ ਮਿਊਜ਼ੀਅਮਸ ਦੇ ਵਿੱਚ, ਉਦੋਂ ਫਲੈਕਸ ਦਾ ਕੱਪੜਾ ਦੇ ਨਿੱਕੇ ਨਿੱਕੇ ਟੋਟੇ ਇਹਨਾਂ ਨੂੰ ਲੱਭੇ ਨੇ। ਜਿਹੜੇ ਸ਼ਿਕਾਰ ਵੀ ਕਰਨ ਜਾਇਆ ਕਰਦੇ ਸਨ ਉਹ ਵੀ ਇਹ ਚੀਜ਼ਾਂ ਪਾਉਂਦੇ ਸਨ। ਤੁਸੀਂ ਪੁਰਾਣੀਆਂ ਜਿਹੜੀਆਂ ਲਾਸ਼ਾਂ ਲੱਭਦੀਆਂ ਨੇ ਐਮਬਾਮ ਕੀਤੀਆਂ, ਪਤਾ ਜੇ ਕਿਸ ਨਾਲ ਬਣਦੀਆਂ ਜੇ? ਇਸੇ ਦੇ ਕੱਪੜੇ ਨਾਲ ਹੀ ਲਪੇਟੀਆਂ ਜਾਂਦੀਆਂ ਜੇ, ਅਲਸੀ ਦੇ ਬੂਟੇ ਤੋਂ ਬਣੇ ਕੱਪੜੇ ਨਾਲ। ਜਰਾ ਮੈਂ ਸਿਰਫ ਨਾ 4-5 ਚੀਜ਼ਾਂ ਹੀ ਦੱਸਦੀ ਹਾਂ, ਤੁਸੀਂ ਉੱਥੋਂ ਹੀ ਅੰਦਾਜ਼ਾ ਲਾਓਗੇ ਇਸ ਚ ਕੀ ਕੁਛ ਭਰਿਆ ਪਿਆ। ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹ ਕਣ, ਜ਼ਿੰਕ, ਸੋਡੀਅਮ, ਵਿਟਾਮਿਨ E, K, C, B1, B3, B5, B6, ਐਂਟੀਆਕਸੀਡੈਂਟ, ਪ੍ਰੋਟੀਨ। ਮਾੜਾ ਕੋਲੈਸਟਰੋਲ ਹੈ ਉਹਨੂੰ ਘਟਾਉਣ ਵਿੱਚ ਅਲਸੀ ਦਾ ਤਗੜਾ ਰੋਲ ਹੈ, ਪਰ ਚੰਗਾ ਕੋਲੈਸਟਰੋਲ HDL ਜੋ ਹੈ ਉਹਨੂੰ ਵਧਾਉਂਦੀ ਨਹੀਂ। ਜਿੱਥੋਂ ਤੱਕ ਮੈਂ ਗੱਲ ਕੀਤੀ ਸੀ ਕਿ ਮਾਹਵਾਰੀ ਤੋਂ ਪਹਿਲਾਂ ਜਿਹਨੂੰ ਛਾਤੀ 'ਚ ਦਰਦ ਹੁੰਦੀ ਹੋਏ, ਮੈਸਟੈਲਜੀਆ ਅਸੀਂ ਕਹਿੰਦੇ ਆ, ਉਹਨਾਂ ਨੂੰ 2 ਮਹੀਨੇ ਲਈ ਰੋਜ਼ 2 ਚਮਚ ਅਲਸੀ ਦੇ ਜ਼ਰੂਰ ਲੈ ਲੈਣੇ ਚਾਹੀਦੇ ਨੇ। ਵਿੱਚ ਗੁਰਦੇ ਦੀ ਸੋਜ਼ਿਸ਼ ਘਟਾਉਣ ਵਿੱਚ ਇਹ ਨਾਲ ਇਹਦੀਆਂ ਦਵਾਈ ਰੂਪ ਵਿੱਚ ਇਹਨੂੰ ਦੇ ਕੇ ਦੇਖਿਆ ਗਿਆ, ਵਾਕਈ ਉਹਦੇ ਤੇ ਬਾਕਮਾਲ ਸੀ। ਜੇ ਤੁਹਾਡੇ ਗਰਭ ਠਹਿਰਿਆ ਹੋਵੇ ਜਾਂ ਦੁੱਧ ਪਿਆਉਂਦੀਆਂ ਮਾਵਾਂ ਨੇ, ਬਿਲਕੁਲ ਫਲੈਕਸੀਡ ਨਾ ਲੈਣ, ਕਿਉਂਕਿ ਇਸ ਵਿੱਚ ਈਸਟ੍ਰੋਜਨ ਕੁਦਰਤੀ ਬਹੁਤ ਜ਼ਿਆਦਾ ਜੇ। ਕਿਸਮ ਦੇ ਕੈਂਸਰ ਚ ਇਹਨੇ ਕਮਾਲ ਦਾ ਅਸਰ ਵਿਖਾਇਆ, ਜਿਸ ਚ ਕਿ ਅਸੀਂ ਇਹਨੂੰ ਬਤੌਰ ਦਵਾਈ ਦੇਣਾ ਸ਼ੁਰੂ ਕਰ ਚੁੱਕੇ ਹਾਂ। ਕਿ ਛਾਤੀ ਦਾ ਉਹ ਕੈਂਸਰ ਜਿਹੜਾ ਹਾਰਮੋਨ ਸੈਂਸਿਟਿਵ ਹੋਵੇ, ਨਹੀਂ ਲੈਣੀ ਉਸ ਅਲਸੀ ਕਿਸੇ ਹਾਲ ਚ। ਨਾ ਪਤਾ ਨਹੀਂ ਇਹ ਮਿੱਥ ਹੈ ਜਾਂ ਕੀ ਹੈ, ਇਹ ਤੁਸੀਂ ਦੱਸਣਾ ਹੈ। ਕਿ ਜ਼ਿਆਦਾਤਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਲਸੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹੀ ਤਰਕ ਹੁੰਦਾ ਹੈ ਕਿ ਗਰਮ ਬਹੁਤ ਹੁੰਦੀ ਹੈ, ਖਾਸ ਕਰਕੇ ਜਿਹੜੇ ਮੁੰਡੇ ਨੇ। ਜੇ ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਅਸੀਂ ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਖੇੜੇ ਵੰਡੋ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਖਾਲਸ ਖਾਣਾ 'ਚ ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਤੇ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਤੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੁੜਨ ਵਾਲੇ ਨੇ, ਜਿਹੜੇ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਕਿਸੇ ਜੇ ਉਹਨਾਂ ਨੂੰ ਮਿਲਣਾ ਹੈ ਤਾਂ ਉੱਥੇ ਜਾ ਕੇ ਮਿਲ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਸਾਡੀ ਗੱਲ ਕਰਵਾਓ, ਅਸੀਂ ਇਸ ਬਿਮਾਰੀ ਬਾਰੇ ਗੱਲ ਕਰਨੀ ਹੈ। ਪਰ ਡਾਕਟਰ ਜਿੰਨਾ ਚਿਰ ਆਮੋ ਸਾਹਮਣੇ ਪੇਸ਼ੈਂਟ ਨੂੰ ਦੇਖ ਨਹੀਂ ਲੈਂਦਾ ਤਾਂ ਉਹ ਜਿਹੜੀ ਗੱਲਬਾਤ ਹੈ ਜਾਂ ਬਿਮਾਰੀ ਜਿਹੜੀ ਡਾਇਗਨੋਸ ਕਰਨੀ ਹੈ ਉਹ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਡਾਕਟਰ ਸਾਹਿਬ ਬੱਚਿਆਂ ਦੇ ਲਈ, ਲੋੜਵੰਦ ਕੁੜੀਆਂ ਦੇ ਲਈ ਹਰਸ਼ ਚੈਰੀਟੇਬਲ ਟਰੱਸਟ ਚਲਾਉਂਦੇ ਨੇ। ਉਹਨਾਂ ਦੇ ਲਈ ਸਿੱਖਿਆ ਤੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ ਨੇ। ਸੋ ਅੱਜ ਅਸੀਂ ਖਾਲਸ ਖਾਣਾ ਦੇ ਵਿੱਚ ਇੱਕ ਬਹੁਤ ਹੀ ਅਹਿਮ ਜਿਹੜੀ ਨਿਆਮਤ ਸਾਨੂੰ ਖਾਣ ਪੀਣ ਨੂੰ ਮਿਲੀ ਹੋਈ ਹੈ ਕੁਦਰਤ ਦੀ, ਉਸ ਬਾਰੇ ਗੱਲ ਕਰਾਂਗੇ। ਖਾਸ ਕਰਕੇ ਸਰਦੀਆਂ ਦੇ ਲਈ ਇਹ ਨਿਆਮਤ ਮੰਨੀ ਜਾਂਦੀ ਹੈ। ਨਾਮ ਹੈ ਅਲਸੀ। ਬਹੁਤ ਸਾਰੇ ਲੋਕ ਇਸ ਦਾ ਸੇਵਨ ਕਰਦੇ ਵੀ ਹੋਣਗੇ ਤੇ ਬਹੁਤ ਸਾਰਿਆਂ ਦੇ ਮਨ 'ਚ ਸਵਾਲ ਵੀ ਹੋਣਗੇ ਕਿ ਕਿਹਨੇ ਖਾਣਾ ਹੈ, ਕਿੰਨੀ ਉਮਰ ਵਰਗ 'ਚ ਖਾਣਾ ਹੈ ਤੇ ਕਿੰਨਾ ਇਸ ਨੂੰ ਖਾਣਾ ਹੈ, ਕੀ ਫਾਇਦੇ ਨੇ, ਕੀ ਨੁਕਸਾਨ, ਉਹ ਸਾਰੀਆਂ ਆਪਾਂ ਗੱਲਾਂ ਕਰਾਂਗੇ। ਸੋ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਲਸ ਖਾਣਾ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਸ਼ਰਨ ਜੀ ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਰਹੇ ਨੇ ਸਭਨਾਂ ਨੂੰ ਬਹੁਤ-ਬਹੁਤ ਨਿੱਘੀ ਫਤਿਹ ਜੀ। ਸੋ ਡਾਕਟਰ ਸਾਹਿਬ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰ ਹੀ ਲੈਂਦੇ ਹਾਂ। ਅਲਸੀ ਤੇ ਆਪਾਂ ਅੱਜ ਗੱਲਬਾਤ ਕਰਨੀ ਹੈ। ਬਹੁਤ ਸਾਰੇ ਸਵਾਲ ਮੇਰੇ ਮਨ ਦੇ ਵਿੱਚ ਵੀ ਨੇ, ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਨੇ। ਸੋ ਪਹਿਲਾਂ ਇਹ ਜਾਣ ਲਈਏ ਕਿ ਅਲਸੀ ਕੀ ਹੈ, ਕਿਹੋ ਜਿਹਾ ਪਦਾਰਥ ਹੈ ਔਰ ਇਹ ਸਰਦੀਆਂ ਦੇ ਵਿੱਚ ਹੀ ਕਿਉਂ ਖਾਧਾ ਜਾਂਦਾ ਹੈ? ਜੀ ਬਿਲਕੁਲ। ਦਰਅਸਲ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤਾਂ ਮੇਰੇ ਮੰਮੀ ਅਲਸੀ ਦੀਆਂ ਪਿੰਨੀਆਂ ਬਣਾ ਕੇ ਸਰਦੀਆਂ 'ਚ ਰੱਖਦੇ ਹੁੰਦੇ ਸਨ। ਤੁਹਾਨੂੰ ਜ਼ੁਕਾਮ ਖੰਘ ਨਹੀਂ ਹੋਏਗੀ, ਤੁਸੀਂ ਕਹਿ ਕੇ ਤੇ ਖਾਓ ਤੇ ਨੱਕ ਮੂੰਹ ਵੱਟ ਕੇ ਅੱਧੀ ਕੁ ਖਾ ਕੇ ਫਿਰ ਸੁੱਟ ਦੇਗੀ ਸੀ ਵੀ ਇਹ
ਨਹੀਂ ਖਾਣੀ। ਫਿਰ ਜਿਵੇਂ ਜਿਵੇਂ ਡਾਕਟਰੀ ਪੜ੍ਹਨ ਲੱਗੇ ਫਿਰ ਤਾਂ ਮੈਂ ਇਹੀ ਕਹਿ ਸਕਦੀ ਹਾਂ ਕਿ ਧੌਣ 'ਚ ਜਿਵੇਂ ਕੁਝ ਵੜ ਜਾਂਦਾ, ਨਹੀਂ ਨਹੀਂ ਅਸੀਂ ਤਾਂ ਇਹ ਦਾਦੀਆਂ ਨਾਨੀਆਂ ਤੋਂ ਬਹੁਤ ਅਸੀਂ ਤਾਂ ਅਗਾਂਹ ਦੇ ਹੋ ਗਏ, ਸਾਨੂੰ ਤਾਂ ਹੁਣ ਵਿਗਿਆਨ ਦੀ ਸਮਝ ਆ ਚੁੱਕੀ ਹੈ, ਇਹ ਚੀਜ਼ਾਂ ਸਭ ਫਜ਼ੂਲ ਨੇ ਜੀ। ਉਹ ਉਮਰ ਸਭਨਾਂ ਤੇ ਆਉਂਦੀ ਜੇ, ਇਹ ਨਹੀਂ ਕਿ ਕੱਲੀ ਮੇਰੀ ਜਾਂ ਮੇਰੇ ਸਾਥੀਆਂ ਤੇ ਆਈ, ਕਿ ਅਸੀਂ ਇੱਕ ਮੌਕਾ ਹੁੰਦਾ ਜਦੋਂ ਸਮਝਦੇ ਹਾਂ ਸਾਨੂੰ ਸ਼ਾਇਦ ਮਾਪਿਆਂ ਤੋਂ ਵੱਧ ਪਤਾ, ਪਰ ਹੁਣ ਜਦੋਂ ਜਦੋਂ ਅਸੀਂ ਉਸ ਉਮਰ ਤੋਂ ਥੋੜਾ ਅੱਗੇ ਤੁਰਦੇ ਹਾਂ, ਜਿਵੇਂ ਜਿਵੇਂ ਖੋਜਾਂ ਪਹੁੰਚਦੀਆਂ ਨੇ ਸਾਡੇ ਕੋਲ, ਸਮਝ ਆਉਂਦੀ ਜੇ ਕਿ ਤਜਰਬੇ ਜੋ ਸਾਡੇ ਮਾਪਿਆਂ ਦੇ, ਉਹਨਾਂ ਨੇ ਆਪਣੇ ਮਾਪਿਆਂ ਤੋਂ, ਫਿਰ ਉੱਥੋਂ ਅੱਗੇ ਤੁਰਦੇ ਆਉਂਦੇ ਖਰੇ ਕਿੰਨੀ ਪੀੜ੍ਹੀਆਂ ਤੋਂ ਜੋ ਚੀਜ਼ ਅਜ਼ਮਾਈ ਸੀ, ਉਹ ਤਜਰਬਿਆਂ ਵਿੱਚ ਕੀ ਕੁਝ ਲੁਕਿਆ ਸੀ, ਅੱਜ ਖੋਜਾਂ ਰਾਹੀਂ, ਉਦੋਂ ਕੋਈ ਲੈਬੋਰੇਟਰੀਆਂ ਨਹੀਂ ਸਨ, ਬਿਲਕੁਲ ਉਹਨਾਂ ਸਮਿਆਂ ਤੋਂ ਹੀ ਜਿਹੜੀ ਚੀਜ਼ ਕਿਸੇ ਨੇ ਆਪਣੀ ਉਮਰ ਭਰ ਵਰਤ ਕੇ ਵੇਖਿਆ ਠੀਕ ਹੈ, ਉਹਨੇ ਅਗਾਂਹ ਗੱਲ ਤੋਰੀ, ਇਹ ਅੱਗੋਂ ਕਰੋ, ਤੁਸੀਂ ਵੀ ਕਰੋ, ਠੀਕ ਰਹੋਗੇ। ਸਿਆਣਿਆਂ ਨੇ ਤਾਂ ਅਜ਼ਮਾ ਲਈ, ਪਰ ਕੀ ਕਰੀਏ, ਸਾਡੇ ਵਰਗੇ ਮੂਰਖ ਉਦੋਂ ਸਮਝੇ ਨਹੀਂ। ਮੈਂ ਤਾਂ ਲੱਗਦਾ ਕਿ ਸ਼ਾਇਦ ਉਹੀ ਜੋ ਅੰਦਰ ਇੱਕ ਆਤਮ ਗਿਲਾਨੀ ਕਹਿੰਦੇ ਆ ਨਾ ਹੁੰਦੀ ਹੈ, ਵੀ ਇਹ ਨਹੀਂ ਉਦੋਂ ਵਰਤੀ, ਤੇ ਘੱਟੋ ਘੱਟ ਅਗਲੀ ਪੀੜ੍ਹੀ ਲਈ ਜਿਹੜੇ ਸੋਚਦੇ ਨੇ ਕਿ ਸਿਰਫ ਤੇ ਸਿਰਫ ਅਸੀਂ ਗੱਲ ਕਰਨੀ ਹੈ ਸਾਇੰਸ ਦੇ ਉੱਤੇ ਆਧਾਰਿਤ, ਤਾਂ ਖੋਜ ਦੇ ਉੱਤੇ ਆਧਾਰਿਤ ਹੀ ਗੱਲ ਅੱਜ ਕਰੀਏ, ਕਿ ਸ਼ਾਇਦ ਸਾਡੀ ਜੋ ਇਹ ਅੱਜ ਦੀ ਗੱਲਬਾਤ ਜਾਂ ਅੱਜ ਦੇ ਪ੍ਰੋਗਰਾਮ ਰਾਹੀਂ ਜੇ ਕੁਝ ਕੁ ਵੀ 2% ਵੀ ਲੋਕ ਇਹ ਚੀਜ਼ ਅਗਾਂਹ ਤੋਰ ਸਕੇ ਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕੇ, ਤਾਂ ਸਮਝਾਂਗੇ ਸਾਡਾ ਇਹ ਪ੍ਰੋਗਰਾਮ ਸਫਲ ਹੋ ਗਿਆ। ਜੀ ਜੀ ਬਿਲਕੁਲ, ਕਿਉਂਕਿ ਪੁਰਾਣੇ ਲੋਕ ਉਹੀ ਹੈ ਕਿ ਉਹ ਆਪਣੇ ਸਰੀਰ ਨੂੰ ਆਪ ਪੜ੍ਹਦੇ ਸੀ, ਆਪ ਸਮਝਦੇ ਸੀ, ਕਿਉਂਕਿ ਇੰਨੀਆਂ ਖੋਜਾਂ ਨਹੀਂ ਸੀ ਆਈਆਂ, ਇੰਨਾ ਵਿਕਸਿਤ ਹੋਈ ਹੀ ਨਹੀਂ ਸੀ ਦੁਨੀਆ, ਸੋ ਉਹਨਾਂ ਨੇ ਆਪਣੇ ਸਰੀਰ ਤੇ ਹੰਢਾਈਆਂ ਹੋਈਆਂ ਖੋਜਾਂ ਸੀ। ਪਰ ਉਹੀ ਹੈ, ਤੁਸੀਂ ਕਹਿੰਦੇ ਹੋ ਕਿ ਅੱਜ ਜ਼ਿਆਦਾਤਰ ਆਪਾਂ ਵੀ ਸੁਣਦੇ ਹਾਂ, ਆਮ ਤੌਰ ਤੇ ਡਾਕਟਰ ਕਹਿ ਦਿੰਦੇ ਨੇ ਕਿ ਨੁਸਖੇ ਨਾ ਅਜਮਾਇਓ, ਡਾਕਟਰ ਕੋਲ ਜਾਇਓ। ਸੋ ਡਾਕਟਰ ਸਾਹਿਬ, ਖੋਜ ਹੁਣ ਇਸ ਤੇ ਕੀ ਹੋਈ ਹੈ ਅਲਸੀ ਤੇ? ਬਿਲਕੁਲ, ਹਾਲੇ ਤਾਂ ਜੀ WhatsApp ਗਿਆਨ ਨੇ ਸਾਡਾ ਉਹ ਨਾਸ ਮਾਰਿਆ ਕਿ ਬਸ ਪੁੱਛੋ ਹੀ ਨਾ। ਸਾਡੇ ਤੁਸੀਂ ਮੈਂ ਗੱਲ ਸ਼ੁਰੂ ਕਰਨ ਤੋਂ ਸਿਰਫ 20 ਸਕਿੰਟ 'ਚ ਦੱਸਦੀ ਹਾਂ ਗੱਲ, ਕਿ ਕਈ ਵਾਰ ਤੇ ਇਹ ਹਾਲ ਹੋ ਜਾਂਦਾ, ਮਰੀਜ਼ ਸਾਡੇ ਕੋਲ ਪਹੁੰਚਦੇ ਨੇ ਕਿ ਮੈਨੂੰ WhatsApp ਤੋਂ ਪਤਾ ਆਪਣੀ ਬਿਮਾਰੀ ਲੱਗ ਚੁੱਕੀ ਹੈ, ਮੈਂ ਉਸ ਹਿਸਾਬ ਨਾਲ ਆਪਣਾ ਇਲਾਜ ਵੀ ਲੱਭ ਲਿਆ ਤੇ ਮੈਂ ਇਹ ਕਰ ਵੀ ਰਿਹਾ, ਤੇ ਹੁਣ ਤੁਸੀਂ ਸਿਰਫ ਇਹ ਦੱਸ ਦਿਓ ਠੀਕ ਹੈ। ਗੂਗਲ ਡਾਕਟਰ ਵੀ ਬਹੁਤ ਬਣਦੇ ਨੇ ਜੀ, ਜੇ ਤੁਸੀਂ ਕਰ ਹੀ ਲਿਆ, ਹੱਥ ਜੋੜ ਕੇ ਕਹੀਦਾ ਜਾਓ ਨਾ, ਫਿਰ ਤੁਸੀਂ ਜੇ ਬਿਮਾਰੀ ਵੀ ਲੱਭ ਲਈ, ਇਲਾਜ ਵੀ ਕਰ ਲਿਆ, ਹੁਣ ਕੀ ਪੁੱਛਣ ਆਇਓ, ਠੀਕ ਹੈ ਕਰੋ। ਖੈਰ, ਅਲਸੀ ਦੇ ਬਾਰੇ ਤੁਸੀਂ ਹੈਰਾਨ ਹੀ ਹੋਵੋਗੇ ਜੇ ਮੈਂ ਥੋੜੀ ਜਿਹੀ ਚੀਜ਼ ਦੱਸਾਂ, ਕਿ ਸਾਡੇ ਕੋਲ 30,000 ਸਾਲ ਪਹਿਲਾਂ ਤੋਂ ਇਹਦਾ ਧਰਤੀ ਉੱਤੇ ਇਹਦੀ ਹੋਂਦ ਬਾਰੇ ਪਤਾ ਜੇ। ਜੀ, ਜਦੋਂ ਇੱਕ ਜੀ ਬਿਲਕੁਲ, ਤੇ ਉਹ ਵੀ ਇੱਕ ਜਿਹੜੀ ਹੁਣ ਤੱਕ ਵੀ ਉਹ ਗੁਫਾ ਹੈ ਰਿਪਬਲਿਕ ਆਫ ਜਾਰਜੀਆ ਦੇ ਵਿੱਚ, ਜਿਸ ਵਿੱਚ ਇਹਦੇ ਤੋਂ ਬਣੇ ਕੱਪੜੇ ਦੇ ਕੁਝ ਅੰਸ਼ ਲੱਭੇ ਜਾ ਚੁੱਕੇ ਨੇ। ਜ਼ਰਾ ਹੈਰਾਨ ਹੀ ਹੋਣ ਦੀ ਗੱਲ ਹੈ। ਬਿਲਕੁਲ, ਸੋ ਅਲਸੀ ਤੁਸੀਂ ਦੇਖੋ ਕਦੇ ਵੀ ਖੁਰਾਕ ਵਜੋਂ ਇੰਨੀ ਪ੍ਰਫੁੱਲਿਤ ਨਹੀਂ ਸੀ ਹੋਈ। 9,000 ਸਾਲ ਪਹਿਲਾਂ ਦੇ ਤੁਰਕੀ ਦੇ ਜੇ ਤੁਸੀਂ ਦੇਖੋਗੇ ਉਹਨਾਂ ਦੇ ਮਿਊਜ਼ੀਅਮਸ ਦੇ ਵਿੱਚ, ਉਦੋਂ ਫਲੈਕਸ ਦਾ ਕੱਪੜਾ ਦੇ ਨਿੱਕੇ ਨਿੱਕੇ ਟੋਟੇ ਇਹਨਾਂ ਨੂੰ ਲੱਭੇ ਨੇ, ਜਿਹੜੇ ਸ਼ਿਕਾਰ ਵੀ ਕਰਨ ਜਾਇਆ ਕਰਦੇ ਸਨ, ਉਹ ਵੀ ਇਹ ਚੀਜ਼ਾਂ ਪਾਉਂਦੇ ਸਨ। ਤੇ 5,000 ਸਾਲ ਪਹਿਲਾਂ ਤੋਂ ਇਹਨੂੰ ਬਕਾਇਦਾ ਉਗਾ ਕੇ ਇਸ ਤੋਂ ਕੱਪੜੇ ਬਣਾਉਣੇ ਸ਼ੁਰੂ ਕੀਤੇ ਸੀ। ਜਰਮਨੀ 'ਚ, ਚੀਨ 'ਚ, ਭਾਰਤ ਵਿੱਚ, ਜਿੱਥੇ ਇਹਦਾ ਲਿਨਨ ਜੇ ਤੁਸੀਂ ਅੱਜ ਵੀ ਦੇਖੋਗੇ ਤਾਂ ਬਹੁਤ ਮਹਿੰਗਾ ਕੱਪੜਾ ਜੇ, ਉਹ ਅੱਜ ਵੀ ਮਿਲਦਾ ਜੇ। ਇੱਥੋਂ ਤੱਕ ਕਿ ਤੁਸੀਂ 90% ਇਹਦੀ ਯੂਸੇਜ ਸਿਰਫ ਤਾਂ ਰੂਸ ਵਿੱਚ ਹੀ ਹੁੰਦੀ ਸੀ। ਅੱਛਾ, ਮਜ਼ੇਦਾਰ ਗੱਲ ਇਹ ਦੇਖੋ ਕਿ ਜਿਹੜੇ ਈਜਿਪਟ ਦੇ ਪੁਰਾਣੇ ਯਾਨੀ ਮੰਦਿਰ ਉਹਨਾਂ ਦੇ ਬਣੇ ਹੋਏ, ਉਹਨਾਂ ਦੀਆਂ ਪੇਂਟਿੰਗਸ ਵਿੱਚ ਵੀ ਇਸ ਤੋਂ ਬਣੇ ਕੱਪੜੇ ਦਾ ਜ਼ਿਕਰ ਜੇ। ਈਵਨ ਜਿਹੜੀਆਂ ਮੰਮੀਜ਼ ਯਾਨੀ ਤੁਸੀਂ ਪੁਰਾਣੀਆਂ ਜਿਹੜੀਆਂ ਲਾਸ਼ਾਂ ਲੱਭਦੀਆਂ ਨੇ ਐਮਬਾਮ ਕੀਤੀਆਂ, ਪਤਾ ਜੇ ਕਿਸ ਨਾਲ ਬਣਦੀਆਂ ਜੇ? ਇਸੇ ਦੇ ਕੱਪੜੇ ਨਾਲ ਹੀ ਲਪੇਟੀਆਂ ਜਾਂਦੀਆਂ ਜੇ, ਅਲਸੀ ਦੇ ਬੂਟੇ ਤੋਂ ਬਣੇ ਕੱਪੜੇ ਨਾਲ। ਫਿਰ ਜਿਹੜੇ ਈਜਿਪਟ ਦੇ ਪ੍ਰੀਸਟ ਹੁੰਦੇ ਸਨ, ਜਿਹੜੇ ਉੱਥੇ ਦੇ ਪਾਦਰੀ, ਉਹ ਸਿਰਫ ਹੀ
ਇਸ ਦੇ ਕੱਪੜਾ ਲਿਨਨ ਪਾਉਂਦੇ ਸਨ ਕਿ ਅਸੀਂ ਸਿਰਫ ਇਹਦਾ ਹੀ ਅਲਸੀ ਦਾ ਹੀ ਪਾਣਾ, ਕਿਉਂਕਿ ਇਹ ਬੜਾ ਇੱਕ ਪਵਿੱਤਰ ਕੱਪੜਾ ਤੇ ਪਵਿੱਤਰ ਬੂਟਾ ਮੰਨਿਆ ਜਾਂਦਾ ਸੀ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਕੋਈ ਅੱਜ ਜਾਂ ਕੱਲ ਦੀ ਗੱਲ ਨਹੀਂ, 30,000 ਸਾਲ ਤੋਂ ਤਾਂ ਸਾਨੂੰ ਪਤਾ ਲੱਗਿਆ, ਉਸ ਤੋਂ ਪਹਿਲਾਂ ਦਾ ਨਹੀਂ ਸਾਨੂੰ ਅੰਦਾਜ਼ਾ। ਪਰ ਅੱਜ ਵੀ ਸਭ ਤੋਂ ਮਹਿੰਗੀਆਂ ਬੈੱਡ ਸ਼ੀਟਸ ਲੈਣੇ ਹੋਣ ਤੁਸੀਂ, ਈਵਨ ਤੁਸੀਂ ਹੈਰਾਨ ਹੋਗੇ, ਸਾਡੇ ਅੰਡਰ ਕਲੋਥਸ ਜਿਹੜੇ ਸਭ ਤੋਂ ਜ਼ਿਆਦਾ ਵਧੀਆ ਤੇ ਸਾਨੂੰ ਸੂਦਿੰਗ ਜਾਪਦੇ ਹੋਣ, ਉਹ ਜਾਂ ਜਿਹੜਾ ਟੇਬਲ ਤੇ ਵਿਛਾਉਣ ਵਾਲੇ ਸਭ ਤੋਂ ਸੂਖਮ ਖੂਬਸੂਰਤ ਜਿਹੜੇ ਲਿਨਨ ਦੇ, ਜਾਂ ਹੁਣ ਤਾਂ ਲਿਨਨ ਦੀਆਂ ਕਮੀਜ਼ਾਂ ਜਾਂ ਤੁਸੀਂ ਦੇਖ ਰਹੇ ਹੋ ਢੇਰ ਹੀ ਲੱਗਿਆ, ਇਹ ਸਭ ਇਸੇ ਦੀ ਦੇਣ ਜੇ। ਹੁਣ ਜ਼ਰਾ ਇਹਦਾ ਖਿਆਲ ਕਰੀਏ ਕਿ ਫਾਇਦੇ ਖਾਣ ਵੱਲ ਕਿਵੇਂ ਨੂੰ ਤੁਰੇ, ਹੈ ਤਾਂ ਕਮਾਲ ਦੀ ਗੱਲ। ਪਰ ਜਿਹੜੀ ਚੀਜ਼ ਦੇ ਸਿਰਫ ਬੂਟੇ ਦੇ, ਕਿਉਂਕਿ ਇੱਕੋ ਇੱਕ ਜੇ ਬੂਟਾ ਜਿਹੜਾ ਬਤੌਰ ਕੱਪੜਾ ਵੀ ਬਣਾਵੇ ਤੇ ਸਰੀਰ ਦੇ ਅੰਦਰ ਵੀ, ਯਾਨੀ ਬਾਹਰ ਵੀ ਤੇ ਅੰਦਰ ਵੀ ਸਾਰੇ ਪਾਸੇ ਸਾਫ਼ ਕਰਦਾ ਹੋਵੇ। ਸਹੀ ਗੱਲ ਹੈ, ਕੁਦਰਤ ਦਾ ਕਮਾਲ ਹੈ ਮਤਲਬ। ਬਿਲਕੁਲ ਹੈ ਨਾ ਕਮਾਲ। ਹੁਣ ਖੋਜ ਕਿਸ ਤੇ ਲੱਭੀ ਗਈ? ਦੇਖੋ, ਮੈਂ ਪਹਿਲਾਂ ਸਪਸ਼ਟ ਕਰਦੇ ਹਾਂ, ਮੈਂ 1% ਨਾ ਹਰਸ਼ਰਨ ਜੀ ਤੇ ਨਾ ਮੈਂ ਪ੍ਰਮੋਟ ਕਰਦੇ ਹਾਂ ਕਦੇ ਵੀ ਸ਼ਰਾਬ ਪੀਣ ਦੀ ਗੱਲ, ਕਦੇ ਨਹੀਂ ਕੀਤੀ, ਬਿਲਕੁਲ ਨਹੀਂ। ਪਰ ਹੁਣ ਇਹ ਖੋਜ ਜੋ ਸ਼ੁਰੂ ਹੋਈ ਸੀ ਅਸਲ 'ਚ ਸ਼ਰਾਬ ਨਾਲ, ਜਿਸ ਦਾ ਜਿਗਰ ਦਾ ਨਾਸ ਵੱਜ ਗਿਆ ਸੀ, ਜਿਸ ਦਾ ਪਤਾ ਸੀ ਕਿ ਇਹਦੀ ਮੌਤ ਬਸ ਆਈ ਕਿ ਆਈ, ਇਹਦਾ ਚੱਲਿਆ ਜਿਗਰ ਚੱਲਿਆ, ਉਹਨੂੰ ਐਲਕੋਹਲਿਕ ਲਿਵਰ ਡਿਜ਼ੀਜ਼ ਹੋਈ ਪਈ ਸੀ। ਸੋ ਉਸ ਦੇ ਵਿੱਚ ਉਹ ਬੰਦੇ ਦੇ ਇਹ ਬਾਈ ਚਾਂਸ ਲੱਭੀ ਗਈ ਸੀ ਕਿ ਇਹਦਾ ਤੇਲ ਜੋ ਹੁੰਦਾ ਅਲਸੀ ਦਾ, ਜਿਹਨੂੰ ਲਿਨਸੀਡ ਆਇਲ ਕਹਿੰਦੇ ਆ ਜਾਂ ਫਲੈਕਸੀਡ ਆਇਲ, ਉਹ ਤੇਲ ਉਹ ਬੰਦੇ ਨੂੰ ਉਹਦੀ ਦਾਦੀ ਜਾਂ ਨਾਨੀ ਜੋ ਵੀ ਸੀ ਉਹ ਪਿਆਂਦੀ ਰਹੀ ਨਾਲ ਵੀ, ਚਲੋ ਇਹ ਠੀਕ ਹੋਣਾ ਜਾਂ ਨਹੀਂ ਹੋਣਾ, ਤੇ ਜਿਵੇਂ ਇੱਕ ਆਸ਼ੀਰਵਾਦ ਵਜੋਂ ਵੀ ਇਹ ਪਵਿੱਤਰ ਮੰਨਿਆ ਜਾਂਦਾ, ਤੂੰ ਇਹ ਲੈ ਲੈ, ਅਲਸੀ ਬਹੁਤ ਫਾਇਦਾ ਕਰਦੀ ਹੈ। ਪਤਾ ਨਹੀਂ ਸੀ ਉਹਨੇ ਕੀ ਕਰ ਜਾਣਾ। ਤੇ ਕਮਾਲ ਤੇ ਉਦੋਂ ਵਾਪਰਿਆ ਜਦੋਂ ਦੇਖਿਆ ਗਿਆ ਕਿ 6 ਹਫ਼ਤੇ ਦੀ ਵਰਤੋਂ ਦੇ ਬਾਅਦ ਉਹਦੇ ਲਿਵਰ ਦਾ, ਯਾਨੀ ਸ਼ਰਾਬ ਪੂਰਨ ਰੂਪ ਵਿੱਚ ਉਹਨੇ ਛੱਡ ਦਿੱਤੀ ਹੋਈ ਸੀ, ਮੌਤ ਦਿਸਦੀ ਪਈ ਸੀ, ਪਰ ਇਸ ਨੇ ਜਿਹੜਾ ਇਹ ਤੇਲ ਸੀ, ਇਹਨੇ ਉਹਦੇ ਦੇ ਵਿੱਚੋਂ, ਜਿਗਰ ਚੋਂ ਕਾਫੀ ਹੱਦ ਤੱਕ ਸਫਾਈ ਕਰਕੇ ਉਹਨੂੰ ਲਗਭਗ, ਯਾਨੀ ਕਹਿ ਲਓ ਕਿ ਨਰੋਏ ਵਾਂਗ ਕਰਕੇ ਰੱਖ ਦਿੱਤਾ। ਪੂਰਾ ਠੀਕ ਨਹੀਂ ਸੀ ਹੋਇਆ, ਪਰ ਕਾਫੀ ਹੱਦ ਤੱਕ ਉਹਦਾ ਅਸਰ ਵੇਖਿਆ ਗਿਆ, ਜਿਸਥੋਂ ਇਹਦੇ ਫਿਰ ਹੋਰ ਲੱਭਣੇ ਸ਼ੁਰੂ ਕੀਤੇ ਫਾਇਦੇ ਕਿ ਆਖਰ ਇਸ 'ਚ ਹੈ ਕੀ। ਹੁਣ ਜਦੋਂ ਇਹਦੇ ਕੱਢਿਆ ਗਿਆ ਇਹਦੇ ਵਿੱਚ ਕਿ 100 ਗ੍ਰਾਮ ਜੋ ਅਲਸੀ ਹੁੰਦੀ ਜੇ, ਉਹਦੇ 'ਚ 534 ਕੈਲਰੀਆਂ ਹੁੰਦੀਆਂ ਨੇ, 41 ਗ੍ਰਾਮ ਥਿੰਦਾ, 28 ਗ੍ਰਾਮ ਫਾਈਬਰ ਤੇ 20 ਗ੍ਰਾਮ ਪ੍ਰੋਟੀਨ। ਸੋਚ ਲਓ ਕਿੱਡੀ ਭਾਰੀ, ਯਾਨੀ ਇੱਕ ਤਰੀਕੇ ਜਿਹੜੇ ਮੀਟ ਨਾ ਖਾਂਦੇ ਹੋਣ ਉਹਨਾਂ ਲਈ ਸਬਜ਼ੀ ਦੇ ਵਿੱਚ, ਯਾਨੀ ਇੱਕ ਤਰੀਕੇ ਦੀ ਆ ਮੀਟ ਹੀ ਦੇ ਦਿੱਤਾ ਕੁਦਰਤ ਨੇ। ਜਰਾ ਮੈਂ ਸਿਰਫ ਨਾ 4-5 ਚੀਜ਼ਾਂ ਹੀ ਦੱਸਦੀ ਹਾਂ, ਤੁਸੀਂ ਉੱਥੋਂ ਹੀ ਅੰਦਾਜ਼ਾ ਲਾਓਗੇ ਇਸ 'ਚ ਕੀ ਕੁਛ ਭਰਿਆ ਪਿਆ। ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹ ਕਣ, ਜ਼ਿੰਕ, ਸੋਡੀਅਮ, ਵਿਟਾਮਿਨ E, K, C, B1, B3, B5, B6, ਐਂਟੀਆਕਸੀਡੈਂਟ, ਪ੍ਰੋਟੀਨ, ਯਾਨੀ ਤੇ ਸਭ ਤੋਂ ਅਹਿਮ ਆਰਗੈਨਿਕ ਐਸਿਡ ਤੇ ਅਤ ਜ਼ਰੂਰੀ ਜਿਹੜੀ ਓਮੇਗਾ 3 ਫੈਟੀ ਐਸਿਡ, ਜਿਹਦਾ ਤੁਸੀਂ ਇਸ ਵੇਲੇ 70 ਰੁਪਏ ਦਾ ਇੱਕ ਕੈਪਸੂਲ ਅਲਸੀ ਤੋਂ ਬਣਿਆ ਖਾ ਰਹੇ ਹੋ ਨਾ, ਉਹ ਮੁਫਤ ਅੱਜ ਇਸ ਹਰਸ਼ਰਨ ਦੇ ਪ੍ਰੋਗਰਾਮ ਰਾਹੀਂ ਮੇਰਾ ਖਿਆਲ ਹੈ ਡਾਕਟਰ ਰਸ਼ਿੰਦਰ ਕੌਰ ਕੋਲੋਂ ਸੁਣ ਸਕਦੇ ਹੋ। ਸੋ ਹੁਣ ਗੱਲ ਇਹ ਹੈ ਕਿ ਇਹਦੇ ਨਾਲ ਜੋ ਹੁਣ ਤੱਕ ਦੀ ਗੱਲ ਸੀ ਕਿ ਇਹ ਗਰਮ ਬਹੁਤ ਹੈ, ਸਰਦੀਆਂ 'ਚ ਖਾਣੀ ਚਾਹੀਦੀ ਹੈ, ਇਹ ਗੱਲ ਜੁੜੀ ਸੀ। ਮੈਂ ਫਿਰ ਦੱਸ ਦਿਆਂ ਡਾਕਟਰੀ ਜ਼ਬਾਨ ਵਿੱਚ, ਜਿਸ ਦੀ ਮੈਂ ਸਪੈਸ਼ਲਿਸਟ ਹਾਂ, ਅਸੀਂ ਗਰਮ ਜਾਂ ਠੰਡੀ ਜਾਂ ਤਾਸੀਰ ਦੀ ਚੀਜ਼ ਬਿਲਕੁਲ ਨਹੀਂ ਮੰਨਦੇ। ਮੈਂ ਇਸ ਕਾਰਨ ਇਹਨੂੰ ਲੈ ਕੇ ਇਹ ਗੱਲ ਛੇੜੀ ਕਿ ਇਹਦੇ ਵਿੱਚ ਜੋ ਅਸਲ ਵਰਤੋਂ ਇਹਦੀ ਹੁੰਦੀ ਰਹੀ ਉਹ ਹੁੰਦੀ ਸੀ ਅਲਸੀ ਨੂੰ ਉਬਾਲ ਕੇ ਇਹਦੇ ਬੀਜਾਂ ਨਾਲ ਵਾਲ ਧੋਤੇ ਜਾਂਦੇ ਸੀ, ਤੇ ਵੇਖਿਆ ਗਿਆ ਕਿ ਉਹਦੇ ਨਾਲ ਔਰਤਾਂ, ਇਹ ਮੈਂ ਰਾਜੇ ਮਹਾਰਾਜਿਆਂ ਦੀਆਂ ਜਿਹੜੀਆਂ ਔਰ ਸੀਗੀਆਂ ਉਹਨਾਂ ਦੀਆਂ ਵਹੁਟੀਆਂ, ਉਹਨਾਂ ਲਈ ਵਰਤੇ ਜਾਂਦੇ ਸੀ, ਤਾਂ ਦੇਖਿਆ ਗਿਆ ਕਿ ਉਹਨਾਂ ਦੇ ਵਾਲ ਜ਼ਿਆਦਾ ਦੇਰ ਕਾਲੇ ਵੀ ਰਹਿੰਦੇ ਸਨ ਤੇ ਉਹਨਾਂ ਦੇ ਵਾਲ ਝੜਨੇ ਵੀ ਰੁਕਦੇ ਸਨ, ਤੇ ਬੜੇ ਜਿਵੇਂ ਹੈਲਦੀ ਤੇ ਗਲੋਇੰਗ ਐਂਡ ਲਿਸ਼ਕ ਵਾਲੇ ਉਹ ਚੀਜ਼ ਉਹਨਾਂ ਦੇ ਦੇਖੀ ਗਈ। ਇਹ ਚੀਜ਼ ਵਰਤੋਂ 'ਚ ਜ਼ਿਕਰ ਮਿਲਦਾ ਜੇ।
ਉਹਦੇ ਨਾਲੋਂ ਨਾਲ ਜੋ ਦਾਦੀਆਂ ਨਾਨੀਆਂ ਰਾਹੀਂ ਜੋ ਗੱਲ ਤੁਰੀ ਆਉਂਦੀ ਸੀ, ਜੋ ਹੁਣ ਸਾਬਤ ਹੋ ਚੁੱਕੀ ਖੋਜਾਂ ਰਾਹੀਂ, ਕਿ ਜਿਸ ਨੂੰ ਬਹੁਤ ਜ਼ਿਆਦਾ ਮਾਹਵਾਰੀ ਹੈਵੀ ਆਉਂਦੀ ਹੋਵੇ ਤੇ ਜਿਸ ਨੂੰ ਇਰਰੈਗੂਲਰ ਹੋਵੇ, ਯਾਨੀ ਰੈਗੂਲਰ ਨਾ ਆਂਦੀ ਹੋਵੇ, ਜਾਂ ਜਿਸ ਨੂੰ ਮਾਹਵਾਰੀ ਬੰਦ ਹੋਣ ਤੋਂ ਬਾਅਦ ਦੇ ਉਹ ਲੱਛਣ, ਜਿਵੇਂ ਤੁਸੀਂ ਘਬਰਾਹਟ ਜਾਂ ਧੜਕਣ ਵੱਧ ਜਾਣੀ, ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ 'ਚ ਦਿਸ ਰਹੀਆਂ ਸੀ, ਉਹਨਾਂ ਦੇ ਵਿੱਚ ਇਹ ਦੇਣ ਨਾਲ, ਅਲਸੀ ਦੇਣ ਨਾਲ ਦੇਖਿਆ ਗਿਆ ਕਿ ਜਦੋਂ ਉਹ ਸਰਦੀਆਂ 'ਚ ਦਿੱਤੀ ਜਾਂਦੀ ਸੀ, ਉਹਨਾਂ ਦੀ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਸੀ। ਫਿਰ ਖੋਜ ਕੀਤੀ ਗਈ ਕਿ ਆਖਰ ਹੈ ਕੀ। ਤੁਸੀਂ ਹੈਰਾਨ ਹੋਗੇ, ਇਸ 'ਚ ਕੁਦਰਤੀ ਈਸਟਰੋਜਨ ਭਰਿਆ ਪਿਆ ਜੇ। ਯਾਨੀ ਇਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਹੈ ਕਿ ਜੋ ਸਰੀਰ ਨੇ ਬਣਾਉਣਾ ਉਹ ਬਾਹਰੋਂ ਹੀ ਇੰਨਾ ਕੁ ਇਹਨੂੰ ਭਰ ਕੇ ਦਿੱਤਾ ਹੈ ਪਰਮਾਤਮਾ ਨੇ ਕਿ ਉਹ ਔਰਤ ਵਿਚਲੇ ਜੋ ਹਾਰਮੋਨ ਨੇ ਉਹ ਇਹਦੇ ਵਿੱਚੋਂ ਹੀ ਤੁਹਾਨੂੰ ਕੁਦਰਤੀ ਤੌਰ ਤੇ ਮਿਲ ਗਏ। ਮਤਲਬ ਇਹ ਤਾਂ ਗੱਲ ਹੋਈ ਕਿ ਮੈਨਸਟ੍ਰੇਸ਼ਨ ਦੀ ਰੈਗੂਲੈਰਿਟੀ ਜਿਹੜੀ ਅਸੀਂ ਇਹਨੂੰ ਇਹਦੇ ਨਾਲ, ਜਾਂ ਜਿਹਨੂੰ ਵੀ ਮਾਹਵਾਰੀ ਦੀਆਂ ਤਕਲੀਫਾਂ ਹੋਣ ਜਾਂ ਮਾਹਵਾਰੀ ਬੰਦ ਹੋਣ ਤੋਂ ਬਾਅਦ ਦੀਆਂ, ਤੇ ਕਮਾਲ ਇਹ ਦੇਖੋ, ਮਾਹਵਾਰੀ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਜਿਸਦੇ ਵੀ ਛਾਤੀਆਂ ਦੇ ਵਿੱਚ ਦਰਦ ਜਾਂ ਸੁੱਜੀਆਂ ਜਿਹੀਆਂ ਮਹਿਸੂਸ ਹੋਣ, ਉਸ ਵਿੱਚ ਵੀ ਇਹਦਾ ਕਮਾਲ ਦਾ ਰੋਲ ਦਿਸਿਆ ਕਿ ਉਹ ਉੱਕਾ ਹੀ ਦਰਦ ਠੀਕ ਹੋ ਗਈ, ਉਹ ਕਾਫੀ ਜ਼ਿਆਦਾ ਉਹਨੂੰ ਆਰਾਮ ਮਹਿਸੂਸ ਹੋਇਆ। ਹੁਣ ਇਹਦੇ ਵਿੱਚ ਵਰਤਿਆ ਦੇਖਣ 'ਚ ਆਇਆ ਕਿ ਕੋਲੈਸਟਰੋਲ ਜਿਨ੍ਹਾਂ 'ਚ ਵੱਧ ਹੈ ਉਹਨਾਂ 'ਚ ਵੀ ਟਰਾਈ ਕਰਕੇ ਦੇਖੀਏ ਤਾਂ ਵੇਖਿਆ ਗਿਆ ਕਿ ਇਹਦੇ ਵਿੱਚ ਜਿਹੜਾ ਮਾੜਾ ਕੋਲੈਸਟਰੋਲ ਹੈ ਉਹਨੂੰ ਘਟਾਉਣ ਵਿੱਚ ਅਲਸੀ ਦਾ ਤਗੜਾ ਰੋਲ ਹੈ, ਪਰ ਚੰਗਾ ਕੋਲੈਸਟਰੋਲ HDL ਜੋ ਹੈ ਉਹਨੂੰ ਵਧਾਉਂਦੀ ਨਹੀਂ। ਯਾਨੀ ਇਹਦਾ ਇੱਕ ਪਾਸਾ ਚੰਗਾ ਜੇ, ਪਰ ਜਿਹੜੀ ਚੰਗੇ ਵਾਲੇ ਨੂੰ ਵਧਾਉਣ ਲਈ ਤੁਹਾਨੂੰ ਦੇਖੋ ਜੀ ਆਪਣੀ ਕਸਰਤ ਵੀ ਕਰੋਗੇ, ਆਪਣੀ ਖੁਰਾਕ ਵੀ ਸੰਤੁਲਿਤ ਕਰੋਗੇ, ਆਪਣਾ ਤਣਾਅ ਵੀ ਘਟਾਓਗੇ, ਉਹ ਸਾਰਾ ਕੁਝ ਕਰਨਾ ਹੀ ਪੈਣਾ। ਹੁਣ ਇਹ ਅਸਰ ਫਿਰ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਤੇ ਜਿਨ੍ਹਾਂ ਦਾ ਵਧਿਆ ਹੋਇਆ ਕਾਫੀ ਸੀ, ਉਹਨਾਂ ਦਾ ਦਵਾਈਆਂ ਦੇ ਨਾਲ ਇਹਦਾ ਸੇਵਨ ਕਰਨ 'ਚ ਉਹਨਾਂ ਦਾ ਬਲੱਡ ਪ੍ਰੈਸ਼ਰ ਛੇਤੀ ਕਾਬੂ 'ਚ ਆਇਆ ਦਿਖਿਆ। ਪਰ ਉਹਦੇ ਵਿੱਚ ਵੀ ਸਪਸ਼ਟ ਕਰਦੇ ਹਾਂ ਕਿ ਬਲੱਡ ਪ੍ਰੈਸ਼ਰ ਦੀ ਹੈ ਤੁਹਾਨੂੰ ਖੁਰਾਕ ਹਰ ਹਾਲ ਠੀਕ ਕਰਨੀ ਪਏਗੀ, ਦਵਾਈ ਉਹਦੀ ਲੈਣੀ ਪਏਗੀ ਜੇ ਤੁਹਾਡਾ ਬਹੁਤ ਵਧਿਆ ਹੋਇਆ, ਤੇ ਨਾਲੋਂ ਨਾਲ ਤੁਹਾਨੂੰ ਕਸਰਤ ਵੀ ਕਰਨੀ ਪੈਣੀ ਹੈ। ਇਹ ਜ਼ਰੂਰੀ ਜੇ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ। ਜਿਸ ਦਾ ਯਾਨੀ ਨਾਰਮਲ ਬਲੱਡ ਪ੍ਰੈਸ਼ਰ ਨੂੰ ਘਟਾਇਆ ਨਹੀਂ ਇਹਨੇ, ਬਹੁਤ ਜ਼ਿਆਦਾ ਵਧੇ ਹੋਏ ਤੇ ਹੀ ਅਸਰ ਪਾਇਆ। ਜਿੱਥੋਂ ਤੱਕ ਮੈਂ ਗੱਲ ਕੀਤੀ ਸੀ ਕਿ ਮਾਹਵਾਰੀ ਤੋਂ ਪਹਿਲਾਂ ਜਿਹਨੂੰ ਛਾਤੀ 'ਚ ਦਰਦ ਹੁੰਦੀ ਹੋਏ, ਮੈਸਟੈਲਜੀਆ ਅਸੀਂ ਕਹਿੰਦੇ ਹਾਂ, ਉਹਨਾਂ ਨੂੰ 2 ਮਹੀਨੇ ਲਈ ਰੋਜ਼ 2 ਚਮਚ ਅਲਸੀ ਦੇ ਜ਼ਰੂਰ ਲੈ ਲੈਣੇ ਚਾਹੀਦੇ ਨੇ। ਸਿਰਫ ਮੇਰੀ ਜਰਾ ਕੁ ਨਾ ਜਿਹੜਾ ਟਾਈਮ ਪੀਰੀਅਡ ਤੇ ਧਿਆਨ ਕਰਿਓ, ਸਿਰਫ 2 ਮਹੀਨੇ 2 ਚਮਚ ਡੇਲੀ। ਹਾਂਜੀ, ਰੋਜ਼ ਦੇ ਜੇ ਉਹ ਚੱਬ ਕੇ ਖਾਧੇ ਜਾਣ, ਤੁਸੀਂ ਜਿਹੜੀ ਇਹਨੂੰ ਖਾ ਸਕਦੇ ਹੋ, ਜਾਂ ਦਹੀਂ 'ਚ ਪਾ ਕੇ ਲੈ ਸਕਦੇ ਹੋ, ਸਬਜ਼ੀ 'ਚ ਲੈ ਸਕਦੇ ਹੋ, ਸਮੂਦੀ ਬਣਾ ਕੇ ਲੈ ਸਕਦੇ ਹੋ। ਪਿੰਨੀਆਂ ਵੀ ਮੈਂ ਦੱਸਦੀ ਹਾਂ ਕਿਸ ਤਰੀਕੇ ਬਣਾਉਣੀਆਂ ਹੁੰਦੀਆਂ, ਕਿਉਂਕਿ ਪਿੰਨੀਆਂ 'ਚ ਜੇ ਅਸੀਂ ਖੰਡ ਪਾ ਲੈਂਦੇ ਹਾਂ ਤੇ ਉਹਦਾ ਇਹ ਅਸਰ ਖਤਮ ਹੋ ਜਾਂਦਾ ਜੇ। ਇਸੇ ਕਾਰਨ ਸਿਰਫ ਇੱਕ ਢੰਗ ਤੇ ਤਰੀਕਾ ਤੇ ਕਿੰਨੀ ਡੋਜ਼ ਨਾ ਪਤਾ ਹੋਣ ਕਾਰਨ ਜਿਹੜੇ ਖਾ ਵੀ ਰਹੇ ਨੇ ਅਲਸੀ ਦੀਆਂ ਪਿੰਨੀਆਂ, ਉਹ ਇਹ ਫਾਇਦਾ ਨਹੀਂ ਲੈ ਸਕ ਰਹੇ। ਉਹ ਆਪਾਂ ਆਖਰੀ ਦੇ ਵਿੱਚ ਦੱਸਦੇ ਹਾਂ, ਥੋੜੇ ਜਿਹੇ 2-4 ਹੋਰ ਫਾਇਦੇ ਜ਼ਰੂਰੀ ਦੱਸਦੇ ਹਾਂ ਮੈਂ ਤੇ ਨੁਕਸਾਨ ਤੇ ਹਰ ਹਾਲ 'ਚ ਦੱਸਣੇ ਨੇ, ਕਿਤੇ ਨਾ ਹੋਵੇ ਕਿ ਅੱਜ ਹੀ ਕਿਲੋਆਂ 'ਚ ਅਲਸੀ ਲੈ ਕੇ ਰੱਖ ਲਓ ਤੇ ਫਿਰ ਤੁਸੀਂ ਕਹੋ ਵੀ ਆਹ ਕੀ ਹੋ ਗਿਆ। ਜਿੱਥੋਂ ਤੱਕ ਮੋਟਾਪੇ ਦੀ ਗੱਲ ਹੈ, ਕਿਉਂਕਿ ਤਗੜਾ ਫਾਈਬਰ ਇਹਦੇ ਵਿੱਚ, ਸੋ ਜਿਹੜਾ ਕਮਰ ਦੇ ਦੁਆਲੇ ਦਾ ਮੋਟਾਪਾ ਇਹਦੇ ਨਾਲ, ਜੇ 30 ਗ੍ਰਾਮ ਰੋਜ਼ ਦੀ ਅਲਸੀ 12 ਹਫ਼ਤੇ ਖਾਧੀ ਜਾਏ, ਨਾਲ ਰੋਜ਼ ਦਾ ਕਹਿ ਰਹੀ ਹਾਂ 1 ਘੰਟੇ ਦੀ ਕਸਰਤ ਜ਼ਰੂਰ ਹੋਏ ਹਫ਼ਤੇ ਵਿੱਚ 5 ਦਿਨ, ਤੇ ਨਾਲੋਂ ਨਾਲ ਤੁਸੀਂ ਹਰ ਹਾਲ ਵਿੱਚ ਖੁਰਾਕ ਵਿੱਚ ਫਲ ਤੇ ਸਬਜ਼ੀਆਂ ਦੀ ਭਰਮਾਰ ਕਰਨੀ ਪੈਣੀ ਹੈ, ਜਿਸ ਵਿੱਚ ਤੁਹਾਨੂੰ ਸ਼ਰਾਬ ਤੇ ਫਿਰ ਜਿੰਨੇ ਵੀ ਤਲੀਏ ਚੀਜ਼ਾਂ ਸਾਰੀਆਂ, ਇਹ ਸਾਰਾ ਕੁਛ, ਤੇ ਕੋਲਡ ਡਰਿੰਕਸ, ਥਿੰਦੇ ਪ੍ਰੋਸੈਸਡ ਚੀਜ਼ਾਂ, ਇਹ ਸਭ ਕੁਛ ਛੱਡਣੀਆਂ ਪੈਣੀਆਂ ਨੇ। ਤੇ ਇਹ ਖੋਜ ਹੋ ਚੁੱਕੀ ਜੇ, ਲਗਭਗ 3000 ਬੰਦਿਆਂ ਤੇ ਕਰਕੇ ਦੇਖੀ ਗਈ ਸੀ। ਸਿਰਫ 12 ਹਫ਼ਤਿਆਂ ਵਿੱਚ ਉਹਨਾਂ ਦਾ ਜਿਹੜਾ ਵੇਸਟ ਸਾਈਜ਼ ਅਸੀਂ ਕਮਰ ਦੁਆਲੇ ਦਾ ਥਿੰਦਾ, ਲਗਭਗ ਤੁਸੀਂ ਕਹਿ ਸਕਦੇ ਹੋ ਕਿ ਅੱਧ ਤੋਂ ਵੀ ਘੱਟ ਰਹਿ ਗਿਆ ਸੀ। ਯਾਨੀ ਇੰਨਾ ਅਸਰ ਇਹਦਾ ਤਗੜਾ ਦਿਸਿਆ।
ਹੁਣ ਇੱਕ SLE ਬਿਮਾਰੀ ਜੇ ਜਿਹਦੇ ਵਿੱਚ ਬਸ ਆਰਾਮ ਭਰੋਸੇ ਹੀ ਅਸੀਂ ਗੱਲ ਕਰ ਦਿੰਨੇ ਆ, ਜੀ ਉਹਦੇ ਵਿੱਚ ਗੁਰਦੇ ਦੀ ਸੋਜ਼ਿਸ਼ ਘਟਾਉਣ ਵਿੱਚ ਇਹ ਨਾਲ ਇਹਦੀਆਂ ਦਵਾਈ ਰੂਪ ਵਿੱਚ ਇਹਨੂੰ ਦੇ ਕੇ ਦੇਖਿਆ ਗਿਆ। ਜੀ ਵਾਕਈ ਉਹਦੇ ਤੇ ਬਾਕਮਾਲ ਸੀ। ਮੈਂ ਡੋਜ਼ ਇਸ ਕਰਕੇ ਨਹੀਂ ਦੱਸਾਂਗੀ ਕਿ ਉਹਦੇ ਲਈ ਇਲਾਜ ਹਰ ਹਾਲ ਕਰਨਾ ਪੈਣਾ ਹੈ। ਸੋ ਤੁਸੀਂ ਜਦੋਂ ਐਲੋਪੈਥਿਕ ਟ੍ਰੀਟਮੈਂਟ ਲੈ ਰਹੇ ਹੋਵੋ ਫੇਰ ਨਾਲ ਇਹਨੂੰ ਦੇਣਾ ਚਾਹੀਦਾ ਹੈ। ਮੈਂ ਇਸੇ ਲਈ ਡੋਜ਼ ਨਹੀਂ ਦੱਸ ਰਹੀ, ਬੜਾ ਨੁਕਸਾਨ ਹੋ ਸਕਦਾ, ਸੋ ਉਹ ਟ੍ਰੀਟਮੈਂਟ ਜਾਰੀ ਰਹਿਣੀ ਚਾਹੀਦੀ ਹੈ। ਜੀ ਫਿਰ ਡਾਕਟਰ ਸਾਹਿਬ, ਇਹਨੂੰ ਜ਼ਰੂਰ ਨਾਲ ਤੁਸੀਂ ਖਾ ਸਕਦੇ ਹੋ। ਠੀਕ ਹੈ। ਜਿੱਥੋਂ ਤੱਕ ਇਹਦੀ ਹੁਣ ਇੰਪੋਰਟੈਂਟ ਚੀਜ਼ ਦੱਸਦੀ ਹਾਂ, ਕਈ ਔਰਤਾਂ ਛਾਤੀ ਦੇ ਸਾਈਜ਼ ਵਧਾਉਣ ਲਈ ਬਹੁਤ ਸਾਰੇ ਬ੍ਰੈਸਟ ਇੰਪਲਾਂਟਸ ਜਾਂ ਹੋਰ ਕਈ ਤਰ੍ਹਾਂ ਦੇ ਹਾਰਮੋਨ, ਬਹੁਤ ਕੁਝ ਇਹੋ ਜਿਹੀਆਂ ਚੀਜ਼ਾਂ ਲੈਂਦੀਆਂ ਰਹਿੰਦੀਆਂ, ਤਾਂ ਉਹ ਵੀ ਮੈਂ ਦੱਸ ਦਿਆਂ ਜੀ ਕਿ ਇਸ ਚੀਜ਼ ਸਿਰਫ ਅਲਸੀ ਖਾਣ ਨਾਲ 20 ਗ੍ਰਾਮ ਰੋਜ਼ ਹਰ ਸਰਦੀ, ਯਾਨੀ ਉਹ ਕੋਈ ਇੱਕ ਸੀਜ਼ਨ ਦਾ ਨਹੀਂ ਹੈ, ਜੀ 12 ਹਫ਼ਤੇ ਹਰ ਸੀਜ਼ਨ ਇਸੇ ਤਰ੍ਹਾਂ ਲਗਾਤਾਰ ਜੇ ਤੁਸੀਂ 3 ਤੋਂ 4 ਸਾਲ ਖਾਂਦੇ ਰਹੋ ਤਾਂ ਤੁਸੀਂ ਉਸ ਵਿੱਚ ਫਾਇਦਾ ਲੈ ਸਕਦੇ ਹੋ। ਜੀ ਹੁਣ ਇਸ ਤੋਂ ਅੱਗੇ ਗੱਲ ਆਉਂਦੀ ਜੇ ਕਿ ਇਹਦੇ ਕੀ ਮਾੜੇ ਅਸਰ ਨੇ ਜਾਂ ਕੀ, ਕਿਉਂਕਿ ਇੱਕ ਮੈਂ ਹੋਰ ਅਹਿਮ ਚੀਜ਼ ਦੱਸ ਦਿਆਂ, ਤੁਸੀਂ ਟੀ ਬੈਗਸ ਜੇ ਵਰਤ ਰਹੇ ਹੋ ਹਾਂਜੀ ਤਾਂ ਉਹ ਟੀ ਬੈਗਸ ਦਾ ਜਿਹੜਾ ਬਾਹਰਲਾ ਕਵਰ ਜੇ ਉਹ ਇਸੇ ਹੀ ਅਲਸੀ ਤੋਂ ਹੀ ਬਣੇ, ਜਿਹੜੇ ਕੱਪੜਾ ਜੋ ਮਹੀਨ ਹੈ ਉਹਦੇ ਤੋਂ ਹੀ ਬਣਦਾ ਜੇ। ਅੱਛਾ ਇਸੇ ਤਰ੍ਹਾਂ ਸਿਗਰਟ ਦੇ ਵਿੱਚ ਵੀ ਤੁਸੀਂ ਉਹੀ ਚੀਜ਼ ਇਹਦਾ ਵਰਤਿਆ ਜਾਂਦਾ ਜੇ। ਇੱਥੋਂ ਤੱਕ ਕਿ ਜਿਹੜੀਆਂ ਲੇਸਾਂ ਤੁਸੀਂ ਦੇਖਦੇ ਹੋਗੇ ਬਾਜ਼ਾਰ 'ਚ ਕੱਪੜੇ ਤੇ ਲਾਉਣ ਵਾਲੇ ਸ਼ਰਟਸ ਤੇ ਜਾਂ ਕਿਤੇ, ਉਹ ਵੀ ਹਾਂਜੀ ਇਸੇ ਦੀਆਂ ਹੀ ਬਣਦੀਆਂ ਨੇ। ਠੀਕ ਖੈਰ ਹੈ। ਜੇ ਤੁਸੀਂ ਇਹ ਖਰੀਦ ਲਿਆਉਂਦੇ ਹੋ, ਖਾਸ ਤੌਰ ਤੇ ਪੀਸੀ ਹੋਈ ਨੂੰ ਕਿਸੇ ਵੀ ਹਾਲ ਵਿੱਚ ਤੁਸੀਂ 5 ਦਿਨ ਤੋਂ ਬਾਅਦ ਨਹੀਂ ਰੱਖਣਾ। ਜੇ ਤੁਸੀਂ ਰੂਮ ਟੈਂਪਰੇਚਰ ਤੇ, ਜੋ ਆਮ ਤਾਪਮਾਨ ਤੇ ਜੇ ਰੱਖੀ ਹੋਈ ਹੈ, ਜੀ ਉਹਦਾ ਅਸਰ ਘਟ ਜਾਂਦਾ ਜੇ। ਸੋ ਜੇ ਪੀਸੀ ਹੋਈ ਓਨੀ ਕੀ ਲਓ ਜੋ ਤੁਸੀਂ ਇਹ ਸਮਝ ਲਓ ਕਿ ਹਫ਼ਤੇ 'ਚ ਇਹਨੇ ਖਰਾਬ ਹੋ ਜਾਣਾ, ਮੈਂ ਸੁੱਟਣਾ ਹੀ ਆ, ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਮਿਲਣਾ। ਨਹੀਂ ਤਾਂ ਤੇ ਘਰ ਲਿਆ ਉਹੀ ਕੇ ਆਪਣੇ ਆਪ ਜਿੰਨੀ ਕੁ ਲੋੜ ਹੈ ਉਨੀ ਪੀਸ ਲਓ, ਹਨਾ। ਬਿਲਕੁਲ ਸਹੀ ਕਹਿ ਰਹੇ ਹੋ। ਤੇ ਜੇ ਕੋਈ ਇੰਨਾ ਵੀ ਨਹੀਂ ਕਰਨਾ ਚਾਹੁੰਦਾ ਤਾਂ ਲਿਆ ਕੇ ਫਿਰ ਤੁਸੀਂ ਫ੍ਰਿਜ ਵਿੱਚ ਰੱਖ ਲਓ, ਹਾਂਜੀ ਜਿੱਥੇ 15 ਤੋਂ 20 ਦਿਨ ਤੱਕ ਉਹ ਅਸਰਦਾਰ ਰਹਿੰਦੀ ਜੇ, ਫਿਰ ਖਤਮ ਹੋ ਜਾਂਦੀ ਜੇ। ਠੀਕ ਹੈ। ਪਰ ਜੇ ਇਹਨੂੰ ਪੈਕ ਬੀਜਾਂ ਨੂੰ ਤੁਸੀਂ 에ਅਰ ਟਾਈਟ ਡੱਬੇ 'ਚ ਰੱਖ ਕੇ ਵਰਤਦੇ ਹੋ ਤਾਂ 9 ਮਹੀਨੇ ਤੱਕ ਇਹਨਾਂ ਦੀ ਕੋਈ ਖਰਾਬੀ ਨਹੀਂ ਹੁੰਦੀ। ਸੋ ਸਭ ਤੋਂ ਬਿਹਤਰ ਤਾਂ ਇਹੀ ਹੈ ਕਿ ਤੁਸੀਂ ਇਹਨੂੰ ਚਬਾ ਕੇ ਖਾ ਲਓ। ਜੇ ਨਹੀਂ ਤਾਂ ਫਿਰ ਤਾਜ਼ੀ ਪੀਸ ਕੇ ਉਨੀ ਕੀ ਕਰੋ, ਜਾਂ ਫਿਰ ਜੋ ਹੁਣ ਆਪਾਂ ਦੱਸਾਂਗੇ ਕਿਵੇਂ ਪਿੰਨੀਆਂ ਬਣਾਉਣੀਆਂ ਉਹਦੀ ਵੀ ਜ਼ਰੂਰ ਮੈਂ ਜ਼ਿਕਰ ਕਰਾਂਗੀ ਕਿ ਕਿਸ ਤਰੀਕੇ ਕਰਨਾ ਹੈ। ਕਿਉਂਕਿ ਇਹਦੇ ਵਿੱਚ ਦਰਅਸਲ ਕੁਝ ਚੀਜ਼ਾਂ ਪਹਿਲਾਂ ਮੈਂ ਦੱਸਦੇ ਹਾਂ ਜਿਹੜੀਆਂ ਨੁਕਸਾਨਦਾਇਕ ਕਦੋਂ ਹੋ ਸਕਦੀ ਜੇ। ਕੀ ਨੁਕਸਾਨ? ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ। ਪਹਿਲੀ ਚੀਜ਼ ਤਾਂ ਜਿਹੜੀ ਅੱਧ ਕੱਚੀ ਜਿਹੀ ਜੋ ਬਾਜ਼ਾਰ ਵਿੱਚ ਰੱਖ ਦਿੰਦੇ ਨੇ, ਯਾਨੀ ਪੂਰੇ ਭੂਰੇ ਨਹੀਂ ਹੁੰਦੇ ਬੀਜ, ਉਹ ਤੁਸੀਂ ਦੇਖਦੇ ਹੋ ਕਿ ਹਲਕੇ ਅਜੇ ਗੋਲਡਨ ਜੇ ਪੂਰੇ ਹੋਏ ਨਹੀਂ। ਹਾਂਜੀ ਪਲੀਜ਼ ਰੱਬ ਦਾ ਵਾਸਤਾ, ਜੇ ਇਸ ਤਰੀਕੇ ਦੀ ਜੋ ਅਨਰਾਈਪ ਫਲੈਕਸ ਸੀਡ ਈਟਿੰਗ ਜਿਹਨੂੰ ਅਸੀਂ ਕਹਿੰਦੇ ਆ, ਉਹ ਜ਼ਹਿਰ ਨਾਲ ਕਾਫੀ ਭੂਰੀ ਡਾਰਕ ਜਿਹੜੀ ਹੋਈ ਹੋਵੇ ਉਹੀ ਲੈਣੀ ਹੁੰਦੀ ਜੇ। ਸੋ ਦੂਸਰੀ ਚੀਜ਼, ਇਹਨੂੰ ਲੋੜੋਂ ਵੱਧ ਜਿੰਨੀ ਕੁ ਡੋਜ਼ ਦੱਸ ਰਹੇ ਹਾਂ, ਲੋੜੋਂ ਵੱਧ ਖਾਣ ਨਾਲ ਤੁਹਾਨੂੰ ਅਫਾਰਾ ਹੋ ਸਕਦਾ, ਢਿੱਡ ਪੀੜ, ਉਲਟੀਆਂ ਆਉਣੀਆਂ, ਗੈਸ ਬਹੁਤ ਜ਼ਿਆਦਾ ਹੋ ਜਾਣੀ। ਇਹ ਚੀਜ਼ਾਂ ਦੇਖੀਆਂ ਗਈਆਂ ਨੇ ਕਿਉਂਕਿ ਇਹਦੇ ਵਿੱਚ ਬੜਾ ਭਾਰੀ ਫਾਈਬਰ ਜੇ। ਠੀਕ ਹੈ। ਜੇ ਤੁਹਾਡੇ ਗਰਭ ਠਹਿਰਿਆ ਹੋਵੇ ਜਾਂ ਦੁੱਧ ਪਿਆਉਂਦੀਆਂ ਮਾਵਾਂ ਨੇ, ਬਿਲਕੁਲ ਫਲੈਕਸੀਡ ਨਾ ਲੈਣ ਕਿਉਂਕਿ ਇਸ ਵਿੱਚ ਈਸਟ੍ਰੋਜਨ ਕੁਦਰਤੀ ਬਹੁਤ ਜ਼ਿਆਦਾ ਜੇ। ਕਈ ਵਾਰ ਦੇਖਿਆ ਗਿਆ ਕਿ ਉਹ ਕਹਿ ਦਿੰਦੀਆਂ ਨੇ ਵੀ ਇਹ ਮਾਹਵਾਰੀ ਨਾ ਖਿਮਾ ਕਰਿਓ ਕਿ ਇਹ ਬੱਚੇ ਦੇ ਗਰਭ ਠਹਿਰਿਆ ਤੇ ਗਰਮ ਹੈ ਇਹ ਤੇ ਬੱਚੇ ਲਈ ਤਸੀਹਗੀ ਹੋਏਗੀ, ਤੁਸੀਂ ਖਾ ਲਓ ਅਲਸ ਦੀਆਂ ਪਿੰਨੀਆਂ। ਨਾ ਲਿਆ ਕਰੋ, ਇਹ ਚੀਜ਼ ਠੀਕ ਨਹੀਂ ਹੈ। ਤੇ ਜਿਨ੍ਹਾਂ ਨੂੰ ਛਾਤੀ ਦਾ ਜਾਂ ਓਵਰੀਜ਼ ਦਾ ਉਹ ਕੈਂਸਰ ਹੈ ਜਿਹੜਾ ਹਾਰਮੋਨ ਸੈਂਸਿਟਿਵ ਹੁੰਦਾ, ਪਹਿਲਾਂ ਟੈਸਟ ਕਰਾਓ, ਇਲਾਜ ਕਰਾਓ ਸਾਰਾ ਕੁਝ। ਤੇ ਜੇ ਉਹ ਹਾਰਮੋਨ ਸੈਂਸਿਟਿਵ ਹੈ ਤਾਂ ਕਿਰਪਾ ਕਰਕੇ ਬਿਲਕੁਲ ਨਾ ਲੈਣਾ ਕਿਉਂਕਿ ਇਹ ਈਸਟ੍ਰੋਜਨ ਬਾਹਰੋਂ ਤੁਸੀਂ ਦੇ ਕੇ ਸਗੋਂ ਕੈਂਸਰ ਵਧਾ ਲਓਗੇ। ਠੀਕ ਹੈ। ਹੁਣ ਮੈਂ ਦੱਸਾਂਗੀ ਕਿ ਕਿਹੜੇ ਕਿਸਮ ਦੇ ਕੈਂਸਰ 'ਚ ਇਹਨੇ ਕਮਾਲ ਦਾ ਅਸਰ ਵਿਖਾਇਆ, ਜਿਸ 'ਚ ਕਿ ਅਸੀਂ ਇਹਨੂੰ ਬਤੌਰ ਦਵਾਈ ਦੇਣਾ ਸ਼ੁਰੂ ਕਰ ਚੁੱਕੇ ਹਾਂ। ਪਰ ਮੈਂ ਉਹਦੇ ਤੋਂ ਪਹਿਲਾਂ ਵਾਰਨਿੰਗ ਦੇ ਰਹੀ ਹਾਂ ਕਿ ਛਾਤੀ ਦਾ ਉਹ ਕੈਂਸਰ ਜਿਹੜਾ ਹਾਰਮੋਨ ਸੈਂਸਿਟਿਵ ਹੋਵੇ, ਨਹੀਂ ਲੈਣੀ ਉਸ ਚਲਸੀ ਕਿਸੇ ਹਾਲ 'ਚ। ਜੀ ਠੀਕ ਹੈ।
ਇੱਕ ਜਿਹੜੀ ਛਿੱਲੜਾਂ ਤੋਂ ਬਗੈਰ ਤੁਹਾਨੂੰ ਅਲਸੀ ਇਹ ਵੀ ਮਿਲਦੀ ਜੇ ਬਾਜ਼ਾਰ ਵਿੱਚ, ਕਿ ਆਹ ਪੀਸੀ ਹੋਈ ਅਲਸੀ ਉਹ ਜੇ ਜਿਹਦੇ ਵਿੱਚ ਅਸੀਂ ਛਿੱਲੜਾਂ ਕੱਢ ਕੇ ਬਹੁਤ ਨਰਮ ਬਣਾ ਕੇ ਦਿੱਤੀ ਜੇ, ਤੁਸੀਂ ਇਹਦੀਆਂ ਪਿੰਨੀਆਂ ਵਧੀਆ ਬਣਾ ਸਕੋਗੇ ਤਾਂ ਖਿਮਾ ਕਰਿਓ ਉਸ ਚ ਤੁਸੀਂ ਸਾਰਾ ਵਧੀਆ ਚੀਜ਼ ਉੱਥੇ ਹੀ ਖਤਮ ਕਰ ਰਹੇ ਹੋ, ਤੁਸੀਂ ਫੋਕ ਹੀ ਖਾ ਰਹੇ ਹੋ। ਸੋ ਉਹਦੇ ਵਿੱਚੋਂ ਕੁਝ ਵੀ ਨਹੀਂ ਮਿਲਣਾ, ਕਿਉਂਕਿ ਉਹਦੇ ਵਿੱਚ ਜਿਹੜਾ ਐਲਫਾ ਲਿਨੋਲੇਨਿਕ ਜੋ ਅਸਲ ਯਾਨੀ ਜੋ ਚੀਜ਼ਾਂ ਸੀ ਉਹ ਤਾਂ ਅਸੀਂ ਉਹਦੇ ਬਾਹਰਲੇ ਛਿੱਲੜ ਚ ਸੁੱਟ ਆਏ। ਸੋ ਬਿਹਤਰ ਇਹੀ ਹੋਏਗਾ ਲਿਆ ਕੇ ਅੱਧਾ ਹੀ ਸਕਿੰਟ ਲੱਗਣਾ, ਮਿਕਸੀ ਚ ਆਪ ਹੀ ਕਰ ਲਓ। ਬਿਲਕੁਲ। ਹੁਣ ਇਸੇ ਤਰ੍ਹਾਂ ਜੇ ਆਪਰੇਸ਼ਨ ਹੋਣਾ ਹੋਵੇ ਕਿਸੇ ਦਾ ਤਾਂ ਕਿਸੇ ਵੀ ਕਿਸਮ ਦਾ 2 ਹਫ਼ਤੇ ਪਹਿਲਾਂ ਆਪਰੇਸ਼ਨ ਤੋਂ ਕਿਸੇ ਵੀ ਹਾਲ ਚ ਅਲਸੀ ਨਹੀਂ ਖਾਣੀ, ਕਿਉਂਕਿ ਇਹਦੇ ਨਾਲ ਬਲੀਡਿੰਗ ਦਾ ਰਿਸਕ, ਲਹੂ ਵਗਣ ਦਾ ਰਿਸਕ ਬਹੁਤ ਜ਼ਿਆਦਾ ਹੋ ਸਕਦਾ ਜੇ। ਇਸੇ ਤਰ੍ਹਾਂ ਜੇ ਤੁਸੀਂ ਸ਼ੂਗਰ ਦੀ ਤੁਹਾਨੂੰ ਹੈ ਤਕਲੀਫ, ਕਿਉਂਕਿ ਇਹ ਸ਼ੂਗਰ ਦੀ ਇੱਕ ਤਰੀਕੇ ਖਿੱਚ ਕੇ ਹੀ ਬਾਹਰ ਕੱਢ ਦਿੰਦੀ ਹੈ ਲਹੂ ਚੋਂ, ਸੋ ਬਹੁਤ ਧਿਆਨ ਨਾਲ ਖਾਇਓ। ਤੁਹਾਨੂੰ ਇਹ ਦੇਖਣ ਵਿੱਚ ਆਇਆ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਰੈਗੂਲਰ ਤੌਰ ਤੇ ਜਦੋਂ 2 ਚਮਚ ਰੋਜ਼ ਦੇ ਅਲਸੀ ਖਾਣ ਨੂੰ ਦਿੱਤੇ ਗਏ ਤਾਂ ਉਹਨਾਂ ਦੀ ਸ਼ੂਗਰ ਦੀਆਂ ਦਵਾਈਆਂ ਜਿਹੜੀਆਂ ਉਹ ਲੈ ਰਹੇ ਸਨ ਉਹਨਾਂ ਦੀ ਡੋਜ਼ ਅੱਧੀ ਰਹਿ ਗਈ। ਸੋ ਇਹ ਨਾ ਹੋਵੇ ਕਿ ਸੇਮ ਡੋਜ਼ ਨਾਲ ਅਲਸੀ ਖਾਂਦੇ ਰਹੋ, ਇਹ ਬਹੁਤ ਵਧੀਆ ਜੇ ਕੋਈ ਤੁਸੀਂ ਈਸਟ੍ਰੋਜਨ ਨਾਲ ਰਿਲੇਟਡ ਜਿਵੇਂ ਕੋਈ ਹਾਰਮੋਨ ਖਾ ਰਹੀ ਹੈ ਕੋਈ ਸਾਡੀ ਭੈਣ ਜਾਂ ਬੇਟੀ, ਉਹ ਨਾ ਉਦੋਂ ਅਲਸੀ ਲਵੇ। ਇਸੇ ਤਰ੍ਹਾਂ ਜੇ ਤੁਸੀਂ ਕਿਸੇ ਖਾਸ ਸੀਰੀਅਸ ਇਨਫੈਕਸ਼ਨ ਲਈ ਕੋਈ ਤਗੜੇ ਐਂਟੀਬਾਇਓਟਿਕਸ ਲੈ ਰਹੇ ਹੋ ਤਾਂ ਵੀ ਫਿਰ ਇਹ ਨਹੀਂ ਲੈਣੀ ਚਾਹੀਦੀ। ਪਰ ਰੋਜ਼ਾਨਾ ਜੋ ਸੇਫ ਮਤਲਬ ਅਪਰ ਲਿਮਿਟ, ਜੇ ਤੁਸੀਂ ਪੁੱਛੋਗੇ ਵੱਧ ਤੋਂ ਵੱਧ ਕਿੰਨੀ ਹੁਣ ਤੱਕ ਦੀ ਜੋ ਜਰ ਸਕੇ ਤੇ ਬੰਦੇ ਨੂੰ ਫਾਇਦਾ ਵੀ ਹੋਏ, ਤਾਂ ਉੱਪਰਲਾ ਜੋ ਸਿਰਾ 30 ਗ੍ਰਾਮ ਤੋਂ ਉੱਪਰ ਨਹੀਂ ਲਈ ਜਾ ਸਕਦੀ। ਯਾਨੀ 20 ਤੋਂ 30 ਗ੍ਰਾਮ ਤੁਸੀਂ ਮੈਂ ਜਿਵੇਂ ਦੱਸਿਆ ਆਮ ਤੁਸੀਂ ਦੇਖੋਗੇ ਬ੍ਰੈਡਾਂ ਦੇ ਉੱਪਰ ਵੀ ਹੁਣ ਤਾਂ ਲੱਗ ਕੇ ਆਉਣ ਲੱਗ ਗਈ ਹੈ, ਮਫਿਨ ਮਿਲਦੇ ਨੇ। ਆਮ ਤੌਰ ਤੇ ਬਿਹਤਰ ਸਭ ਤੋਂ ਤੁਸੀਂ ਗਰਮ ਦੁੱਧ ਨਾਲ ਲੈ ਲਵੋ ਜਾਂ ਦਹੀਂ 'ਚ ਵੀ ਲੈ ਸਕਦੇ ਹੋ, ਉਹਦਾ ਕੋਈ ਇਹਦੇ 'ਚ ਨਹੀਂ। ਹੁਣ ਗੱਲ ਕਰੀਏ ਕਿ ਕੈਂਸਰ ਵਿੱਚ ਕਿਉਂ ਅੱਜ ਦਾ ਪ੍ਰੋਗਰਾਮ ਕੀਤਾ, ਜਿਸ 'ਚ ਯਾਨੀ ਗਦਰ ਹੀ ਹੋ ਗਈ ਸੀ ਇਹ ਚੀਜ਼ ਜਦੋਂ ਪਤਾ ਲੱਗੀ, ਮੈਂ ਉਹੀ ਸਾਂਝੀ ਕਰਨ ਲੱਗੀ ਹਾਂ ਕਿ ਦੇਖਿਆ ਗਿਆ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਗਰ ਵਾਲੇ ਉਹਦੇ 'ਚ ਜਿਹਨੂੰ ਸੀਗਾ ਸ਼ਰਾਬ ਨਾਲ ਖਰਾਬ ਹੋਇਆ, ਉਸੇ ਤਰ੍ਹਾਂ ਟਮੋਕਸੀਫੈਨ ਦਵਾਈ ਛਾਤੀ ਦੇ ਕੈਂਸਰ ਲਈ ਵਰਤੀ ਜਾਂਦੀ ਜੇ। ਹੁਣ ਇਹਦੇ ਵਿੱਚ ਇਹ ਦੇਖਿਆ ਗਿਆ ਸੀ ਕਿ ਇੱਕ ਟੱਬਰ ਵਿੱਚ ਜਿਸ 'ਚ ਚੱਲਦਾ ਜੇ ਪੁਸ਼ਤ ਦਰ ਪੁਸ਼ਤ ਇੱਕ ਜੀਨ ਚੱਲਦਾ ਜੇ ਕਿ ਉਸ ਟੱਬਰ ਵਿੱਚ ਛਾਤੀ ਦਾ ਕੈਂਸਰ ਹੁੰਦਾ ਹੀ ਰਹਿੰਦਾ ਜੇ। ਉਹ ਸਾਡੇ ਕੋਲ ਇੱਕ ਨਾਮਵਰ ਹੀਰੋਇਨ ਵੀ ਹੈ ਹਾਲੀਵੁੱਡ 'ਚ, ਮੈਂ ਨਾਮ ਨਹੀਂ ਲਵਾਂਗੀ, ਜਿਨ੍ਹਾਂ ਦੇ ਉਹਨਾਂ ਨੇ ਆਪਣੇ ਛਾਤੀਆਂ ਪਹਿਲਾਂ ਹੀ ਰਿਮੂਵ ਕਰਾਤੀਆਂ ਸੀ ਕਿ ਮੈਨੂੰ ਇਹ ਨਾ ਹੋਵੇ ਕੈਂਸਰ, ਕਿਉਂਕਿ ਉਹ ਪੁਸ਼ਤ ਦਰ ਪੁਸ਼ਤ ਤੁਰਦਾ ਆਉਂਦਾ ਸੀ ਤੇ ਉਹਨਾਂ ਦਾ ਬਚਾਅ ਵੀ ਉਸੇ ਕਾਰਨ ਹੀ ਹੋਇਆ, ਉਹਨਾਂ ਦੇ ਸਿਸਟਰ ਦੀ ਡੈਥ ਵੀ ਹੋ ਗਈ। ਤੇ ਇਸੇ ਕਾਰਨ ਇਹ ਦੇਖਿਆ ਗਿਆ ਕਿ ਇੱਕੋ ਹੀ ਟੱਬਰ 'ਚ ਜਦੋਂ ਇਹ ਰਿਸਕ ਚੱਲ ਰਿਹਾ ਸੀ ਤਾਂ ਇੱਕ ਬੇਟੀ ਜੋ ਖਾ ਰਹੀ ਸੀ ਰੈਗੂਲਰ ਅਲਸੀ, ਦੇਖਣ ਵਿੱਚ ਆਇਆ ਕਿ ਉਹਨੂੰ ਇਹ ਕੈਂਸਰ ਨਹੀਂ ਹੋਇਆ। ਸੋ ਖੋਜ ਅੱਗੋਂ ਕੀਤੀ ਗਈ ਤਾਂ ਲੱਭਿਆ ਕਿ ਇਹਦੇ ਵਿਚਲੇ ਅੰਸ਼ ਛਾਤੀ ਦਾ ਕੈਂਸਰ ਹੋਣ ਤੋਂ ਰੋਕਦੇ ਨੇ, ਤੇ ਜੇ ਹਾਰਮੋਨ ਸੈਂਸਿਟਿਵ ਨਾ ਹੋਵੇ ਤਾਂ ਨਾਲ ਇਹ ਯੂਨੀਵਰਸਿਟੀ ਆਫ ਟੋਰਾਂਟੋ 'ਚ ਖੋਜ ਹੋਈ ਸੀ ਕਿ ਟਮੋਕਸੀਫੈਨ ਜਦੋਂ ਤੁਸੀਂ ਕੈਂਸਰ ਦੀ ਦਵਾਈ ਖਾ ਰਹੇ ਹੋ ਜਾਂ ਤੁਹਾਡਾ ਫੈਲਿਆ ਕੈਂਸਰ ਛਾਤੀ ਦਾ, ਤਾਂ ਤੁਸੀਂ ਰੋਜ਼ ਦਾ 30 ਗ੍ਰਾਮ ਜੇ ਉਹ ਨਾਲ ਅਲਸੀ ਖਿਮਾ ਕਰਿਓ 25 ਗ੍ਰਾਮ ਅਲਸੀ ਤੇ 5 ਮਿਲੀਗ੍ਰਾਮ ਟਮੋਕਸੀਫੈਨ, ਇਹਦੇ ਨਾਲ ਖੋਜ ਕੀਤੀ ਗਈ ਸੀ। ਇਹ ਲੱਭਿਆ ਗਿਆ ਕਿ ਜਿਹੜੇ 20 ਜਾਂ 30 ਗ੍ਰਾਮ ਖਾ ਰਹੇ ਸਨ ਉਹਨਾਂ ਨੂੰ ਓਨਾ ਅਸਰ ਨਹੀਂ, ਪਰ 25 ਗ੍ਰਾਮ ਅਲਸੀ ਰੋਜ਼ ਤੇ ਜਮਾ 5 ਮਿਲੀਗ੍ਰਾਮ ਟਮੋਕਸੀਫੈਨ ਦੀ ਜੋ ਗੋਲੀ ਖਾਂਦੇ ਰਹੇ, ਉਹਦੇ ਨਾਲ ਉਹਨਾਂ ਦੀ ਲੰਬੀ ਉਮਰ ਵੀ ਉਹਨਾਂ ਨੇ ਭੋਗੀ, ਉਹਨਾਂ ਦੇ ਕੈਂਸਰ ਦਾ ਸਾਈਜ਼ ਵੀ ਘਟਿਆ, ਛੇਤੀ ਫੈਲ ਵੀ ਨਹੀਂ ਸਕਿਆ, ਤੇ ਜਿੰਨਾ ਫੈਲਿਆ ਸੀ ਉੱਥੇ ਹੀ ਕਈ ਸਾਲ ਤੱਕ ਖੜਾ ਰਿਹਾ ਜੀ। ਸੋ ਤੁਸੀਂ ਇਹ ਹੁਣ ਤੁਸੀਂ ਸਮਝ ਹੀ ਸਕਦੇ ਹੋ ਕਿ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਕੋਈ ਇੱਕ ਅਜਿਹੀ ਚੀਜ਼ ਜਿਸ ਨੂੰ ਕੈਂਸਰ ਦੀ ਦਵਾਈ ਦੇ ਨਾਲ ਹੀ ਦੇਣਾ ਪੈ ਜਾਵੇ, ਤੁਸੀਂ ਸਕਦੇ ਹੋ ਕੀ ਕਮਾਲ ਕਰਦੇ ਨੇ। ਅਸਲ 'ਚ ਇਹਦੇ ਵਿਚਲੇ ਲਿਗਨੈਨ ਇੱਕ ਹੁੰਦੀ ਜੇ ਜੋ
ਇਹ ਸਾਰੇ ਅਸਰ ਨਾਲੋਂ ਨਾਲ ਹੁੰਦੇ ਨੇ। ਹੁਣ ਆਪਾਂ ਪਹਿਲੀ ਚੀਜ਼ ਇੰਪੋਰਟੈਂਟ ਹੋਰ ਦੱਸਦੇ ਹਾਂ, ਵਰਤਣੀ ਕਿਵੇਂ ਜੇ। ਜੀ ਬਿਲਕੁਲ ਡਾਕਟਰ ਸਾਹਿਬ, ਉਹੀ ਮੈਂ ਪੁੱਛਣ ਲੱਗੀ ਸੀ ਕਿ ਸਭ ਤੋਂ ਵਧੀਆ ਤਰੀਕਾ ਲੈਣ ਦਾ ਕੀ ਹੈ। ਦੇਖੋ, ਅਲਸੀ ਨੂੰ ਕੁਝ ਘੰਟੇ ਲੈਣ ਤੋਂ ਪਹਿਲਾਂ ਭਿਉਂ ਕੇ ਰੱਖਣ ਨਾਲ ਇਹ ਛੇਤੀ ਹਜ਼ਮ ਹੋ ਜਾਂਦੀ ਜੇ। ਇਹਦੇ ਵਿੱਚ ਗਲਟਨ ਹੁੰਦਾ ਜੇ। ਪਹਿਲੀ ਚੀਜ਼, ਜਿਨ੍ਹਾਂ ਨੂੰ ਗਲਟਨ ਸੈਂਸਿਟੀਵਿਟੀ ਹੈ ਉਹ ਇਹ ਨਾ ਖਾਣ, ਠੀਕ ਹੈ, ਕਿਉਂਕਿ ਇਹਦਾ ਗਲਟਨ ਜੋ ਪਾਣੀ ਦੇ ਨਾਲ ਖਿੱਚ ਕੇ ਉਹ ਨਰਮ ਪੈ ਜਾਂਦਾ ਜੇ, ਤੇ ਉਹਦੇ ਨਾਲ ਇਹਦੇ ਵਿਚਲੇ ਪ੍ਰੋਟੀਨ ਵੀ ਛੇਤੀ ਹਜ਼ਮ ਹੁੰਦੇ ਨੇ। ਇਹਨਾਂ ਦੇ ਐਂਜ਼ਾਈਮ, ਰਸ, ਵਿਟਾਮਿਨ, ਮਿਨਰਲ ਤੱਤ ਉਹ ਸਾਡਾ ਸਰੀਰ ਛੇਤੀ ਜਜ਼ਬ ਕਰ ਲੈਂਦਾ, ਵਰਨਾ 20 ਤੋਂ 25% ਹੀ ਕਰਦਾ, ਬਾਕੀ ਬਾਹਰ ਚਲੀ ਜਾਂਦੀ ਜੇ। ਸੋ ਜੇ ਅਸੀਂ ਭਿਉਂ ਕੇ ਖਾਈਏ ਤਾਂ ਅਸਰ ਵੱਧ ਹੁੰਦਾ ਜੇ। ਜੀ। ਸੋ ਇਹਦਾ ਮਤਲਬ ਹੈ ਕਿ ਜੇ ਤੁਸੀਂ ਰੋਜ਼ 1 ਤੋਂ 2 ਵੱਡੇ ਚਮਚ ਅਲਸੀ ਖਾਂਦੇ ਰਹੋ ਤਾਂ ਕੋਈ ਕਮਾਲ ਹੀ ਹੈ ਕਿ ਤੁਸੀਂ ਇਹਦਾ ਅਸਰ ਜਿੰਨੇ ਵੀ ਵਧੀਆ ਤੋਂ ਵਧੀਆ ਲੈ ਸਕਦੇ ਹੋ ਸਾਰੇ ਮਿਲ ਜਾਣਗੇ। ਹੁਣ ਤੁਸੀਂ ਖਾਣਾ, ਮੈਂ ਪਹਿਲਾਂ ਹੀ 2-3 ਵਾਰ ਦੱਸ ਚੁੱਕੀ ਹਾਂ, ਗਰਮ ਦੁੱਧ ਹੋਏ, ਭਾਵੇਂ ਦਹੀਂ ਹੋਏ, ਪਾਣੀ ਲੈ ਲਓ, ਮੱਠੀ ਨਾਲ, ਮਠਿਆਈ 'ਚ, ਚਿਕਨ 'ਚ, ਸਮੂਦੀ 'ਚ, ਜਿਸ 'ਚ ਮਰਜ਼ੀ ਖਾ ਲਓ। ਇਹ ਹਾਜ਼ਮਾ ਦਰੁਸਤ ਵੀ ਕਰੇਗੀ ਤੇ ਬਾਕੀ ਤਾਂ ਚੀਜ਼ਾਂ ਮੈਂ ਦੱਸ ਹੀ ਚੁੱਕੀ ਹਾਂ ਵੀ ਖਾਣਾ ਭਿਉਂ ਕੇ ਆ ਡਾਕਟਰ ਸਾਹਿਬ ਨਾ ਬੈਸਟ ਤਰੀਕਾ ਖਾਣਾ ਭਿਉਂ ਕੇ ਆ। ਹੁਣ ਪਿੰਨੀਆਂ ਮੈਂ ਅਸਲੀ ਜ਼ਰੂਰ ਦੱਸ ਦਿਆਂ ਕਿਵੇਂ ਰੈਸਪੀ, ਬਸ ਆਖਰੀ ਲੰਬਾ ਨਹੀਂ ਹੋਰ ਮੈਂ ਕਰਦੀ, ਪਰ ਮੈਂ ਕੀ ਕਰਾਂ, ਇਹਦੇ ਫਾਇਦੇ ਹੀ ਇੰਨੇ ਆ। ਜੀ ਡਾਕਟਰ ਸਾਹਿਬ, ਦੇਖੋ, ਜੇ ਤਾਂ ਡਾਇਬਟੀਜ਼ ਜਿਨ੍ਹਾਂ ਨੂੰ ਹੈ, ਸ਼ੱਕਰ ਰੋਗ ਹੈ, ਉਹਨਾਂ ਨੇ ਕਿਵੇਂ ਦੀ ਖਾਣੀ ਹੈ। ਠੀਕ ਹੈ, ਤੇ ਤੁਸੀਂ 2 ਚਮਚ ਪੀਸੀ ਅਲਸੀ, ਜੋ ਕਿ ਤਾਜ਼ੀ ਪੀਸੀ ਹੋਵੇ ਜੀ, ਉਹਦੇ ਵਿੱਚ ਲਗਭਗ 1.25 ਚਮਚ ਦੇਸੀ ਘਿਓ ਤੇ ਕੱਦੂਕਸ ਕੀਤੀਆਂ ਹੋਈਆਂ ਖਜੂਰਾਂ, ਠੀਕ ਹੈ, ਇਹਨਾਂ ਦੇ ਨਾਲ ਤੁਸੀਂ ਰੋਜ਼ 1 ਦੁਪਹਿਰੇ ਤੇ 1 ਰਾਤ ਨੂੰ ਖਾਣੇ ਤੋਂ ਬਾਅਦ ਖਾਂਦੇ ਰਹੋ ਤਾਂ ਇਹ ਵਿਟਾਮਿਨ B12 ਜੋ ਕਿ ਨਾਨ ਵੈਜੀਟੇਰੀਅਨ ਡਾਈਟ 'ਚ ਹੁੰਦਾ, ਉਹਦੀ ਸਾਰੇ ਦਿਨ ਦੀ ਲੋੜੀਂਦੀ ਖੁਰਾਕ ਦਾ ਅੱਧਾ ਹਿੱਸਾ ਤੇ ਇਕੱਲੇ ਚੀਜ਼ ਪਹੁੰਚ ਜਾਏਗਾ ਜੀ। ਪਰ ਜਿਹੜੇ ਡਾਇਬਟਿਕਸ ਨੇ ਉਹਨਾਂ ਲਈ ਇਹੀ ਰੈਸਿਪੀ ਹੋਣੀ ਚਾਹੀਦੀ ਹੈ, ਯਾਨੀ ਮਿੱਠਾ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਹੁਣ ਬਣਾਉਣਾ ਕਿਵੇਂ ਹੈ, ਉਹਨੂੰ ਥੋੜਾ ਜਿਹਾ ਤਰੀਕਾ ਸਿਰਫ ਮੈਂ ਦੱਸਦੇ ਹਾਂ, ਫਿਰ ਆਪਾਂ ਅਲਵਿਦਾ ਕਵਾਂਗੇ। ਤੁਸੀਂ ਜੇ ਲਗਭਗ, ਜੇ ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜੇ ਨਾਰਮਲ ਅਲਸੀ ਜਿਸਨੇ ਬਣਾਉਣੀ ਹੋਏ ਜੀ ਤਾਂ ਉਹ 1 ਕਿਲੋ ਗੁੜ, ਜੀ ਕਿੰਨਾ, ਖਿਮਾ ਕਰ, 1 ਕਿਲੋ ਅਲਸੀ ਤੇ 700 ਗ੍ਰਾਮ ਗੁੜ, ਠੀਕ ਹੈ, ਤੇ ਲਗਭਗ ਅੱਧਾ ਕਿਲੋ ਘਿਓ, ਦੇਸੀ ਘਿਓ, ਠੀਕ ਹੈ, ਇਹ ਰੱਖ ਲਓ। ਇਹ ਉਹ ਜਿਹੜੇ ਤੁਸੀਂ ਰੂਟੀਨ 'ਚ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੈ, ਜੀ ਨਾਰਮਲ ਇਨਸਾਨ ਜਿਹੜੇ, ਪਹਿਲਾਂ ਤਾਂ ਤੁਸੀਂ ਬਰੀਕ ਪੀਸ ਕੇ ਜਦੋਂ ਪਹਿਲਾਂ ਭੁੰਨ ਲਓ ਉਹਨੂੰ, ਸੁੱਕਾ ਭੁੰਨ ਕੇ ਫਿਰ ਉਹਨੂੰ ਜਦੋਂ ਭੁੰਨੀ ਗਈ ਤਾਂ ਬਰੀਕ ਪੀਸ ਲਓ, ਪਾਊਡਰ ਬਣਾ ਲਓ ਆਪਣੀ ਮਿਕਸੀ ਦੇ ਵਿੱਚ ਜੀ। ਉਸ ਤੋਂ ਬਾਅਦ ਤੁਸੀਂ 1 ਕੜਾਹੀ 'ਚ ਤੁਸੀਂ ਘਿਓ ਨੂੰ ਪਿਘਲਾ ਲਓ ਤੇ ਨਾਲ ਹੀ ਵਿੱਚ ਨਾਲੋਂ ਨਾਲ ਹੀ ਜੋ ਤੁਸੀਂ ਅਲਸੀ ਦਾ ਪਾਊਡਰ ਤਾਜ਼ਾ ਬਣਾਇਆ ਉਹਦੇ ਵਿੱਚ ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਮਿਲਾ ਲਓ। ਤੇ ਫਿਰ ਜਿਹੜਾ ਗੁੜ ਮਿਲਾਣਾ ਜੇ, ਉਹਨੂੰ ਪਹਿਲਾਂ ਪਾਣੀ ਵਿੱਚ ਵੱਖਰਾ ਘੋਲ ਕੇ ਫਿਰ ਇਹਦੇ ਵਿੱਚ ਮਿਕਸ ਕਰਨਾ ਜੀ। ਤੇ ਫਿਰ ਉਹ ਸਾਰੇ ਨੂੰ ਥੋੜਾ ਜਿਹਾ ਟਾਈਮ ਦਿਓ, ਜਿਸ 'ਚੋਂ ਯਾਨੀ ਸਾਰਾ ਕੁਛ ਗੁੜ ਪਿਘਲਿਆ ਹੋਇਆ ਉਹਦੇ ਵਿੱਚ ਅਲਸੀ ਦਾ ਇੱਕ ਮਿਕਸਚਰ ਸਾਰਾ ਕੁਛ ਬਣ ਕੇ ਉਹ ਪ੍ਰੋਪਰ ਡਰਾਈ ਜਿਵੇਂ ਹੋ ਜਾਏ ਤਾਂ ਫਿਰ ਉਹਨੂੰ ਠੰਡਾ ਕਰਨ ਲਈ ਰੱਖ ਕੇ ਬਸ ਉਹਦੀਆਂ ਪਿੰਨੀਆਂ ਵੱਟੋ। ਤੇ ਫਿਰ ਮੇਰਾ ਖਿਆਲ ਹੈ ਖਾਣ ਤੋਂ ਪਹਿਲਾਂ ਤੁਹਾਨੂੰ ਤੇ ਮੈਨੂੰ ਯਾਦ ਕਰ ਲੈਣ ਕੈਸਾ ਲੱਗੇਗਾ। ਬਿਲਕੁਲ ਡਾਕਟਰ ਸਾਹਿਬ, ਇਹ ਤਾਂ ਹੈ। ਪਿੰਨੀ ਮਤਲਬ ਪਿੰਨੀ ਦਾ ਸਾਈਜ਼ ਵੀ ਥੋੜਾ ਨਾਰਮਲ ਹੀ ਹੋਣਾ ਚਾਹੀਦਾ, ਯਾਨੀ ਕਿ ਵੱਡੇ ਪਿੰਨੇ ਖਾ ਲਈਏ, ਜਿਹੜੇ ਤੁਹਾਡੀ ਆਪਣੀ ਮੁੱਠੀ 'ਚ ਬੰਦ ਹੋ ਸਕੇ ਉਹ ਸਾਈਜ਼ ਅਸੀਂ ਔਸਤਨ ਗਿਣਦੇ ਹਾਂ ਕਿ ਹਮੇਸ਼ਾ ਹੀ ਠੀਕ ਹੁੰਦਾ। ਜੇ ਤੁਸੀਂ ਡਰਾਈ ਫਰੂਟਸ ਵੀ ਖਾਣੇ ਨੇ ਉਹ ਵੀ ਔਸਤਨ ਓਨੇ ਹੀ ਜਿੰਨੇ ਬੰਦ ਮੁੱਠੀ 'ਚ ਆ ਸਕਣ। ਅਲਸੀ ਦੀ ਪਿੰਨੀ ਵੀ ਉਹੀ ਜਿੰਨੀ ਤੁਸੀਂ ਆਪਣੀ ਮੁੱਠੀ ਦੇ ਵਿੱਚ, ਯਾਨੀ ਭਾਵੇਂ ਉਹਨੂੰ ਜ਼ਰੂਰੀ ਤਾਂ ਨਹੀਂ ਕਿ ਗੋਲ ਹੀ ਬਣਾਉਣੀ ਹੈ, ਤੁਸੀਂ ਉਹਨੂੰ ਲੰਬੀ ਕਰਕੇ ਜਿੰਨੀ ਮੁੱਠੀ ਦੇ ਵਿੱਚ ਬੰਦ ਕਰ ਸਕੋ ਓਨੀ ਸਾਈਜ਼ ਦੀ ਜ਼ਰੂਰ ਖਾ ਲਿਆ ਕਰੋ। ਠੀਕ ਹੈ ਡਾਕਟਰ ਸਾਹਿਬ। ਤੇ ਹੁਣ ਜਿਹੜੇ ਤੁਸੀਂ ਕਿਹਾ ਸੀ ਵੀ ਸ਼ੂਗਰ ਨਹੀਂ, ਉਹਨਾਂ ਦੇ ਲਈ ਹੈ ਇਹ, ਸ਼ੂਗਰ ਵਾਲਿਆਂ ਲਈ ਕੋਈ ਖਾਸ ਪਿੰਨੀ ਹੈ? ਜੀ ਬਿਲਕੁਲ, ਉਹਨਾਂ ਲਈ ਮੈਂ ਦੱਸਿਆ ਸੀ ਕਿ ਇਹਦੇ ਵਿੱਚ ਤੁਸੀਂ ਜਿਹੜਾ ਗੁੜ ਪਾਣਾ ਉਹਦੀ ਥਾਂ ਤੇ ਤੁਸੀਂ ਬਣਾਉਣਾ ਸੇਮ ਜੇ, ਪਰ ਕੱਦੂਕਸ ਕੀਤੀਆਂ ਹੋਈਆਂ ਖਜੂਰਾਂ ਪਾ ਲਓ ਤਾਂ ਕਿ ਕੁਦਰਤੀ ਮਿੱਠਾ ਉਹਦੇ ਵਿੱਚ ਆ ਜਾਏ ਤੇ ਖਜੂਰਾਂ ਦੇ ਵਿੱਚ ਆਪਣੀ ਉਹ ਕਮਾਲ ਜੇ ਜਿਹੜੀ ਬਸ ਆਪਾਂ ਵੱਖਰਾ ਪ੍ਰੋਗਰਾਮ ਹੀ ਕਰਨਾ ਪੈਣਾ, ਉਹ ਨਹੀਂ ਕੁਛ ਇੰਨੀ ਛੇਤੀ ਦੱਸਿਆ ਜਾ ਸਕਦਾ। ਪਰ ਇਹ ਸਿਰਫ ਇੰਨੀ ਤਬਦੀਲੀ ਕਰਨੀ ਜੇ, ਬਾਕੀ
ਸਾਰਾ ਕੁਛ ਓਦਾਂ ਹੀ। ਤੇ ਡਾਕਟਰ ਸਾਹਿਬ ਇੱਕ ਮੇਰਾ ਹੋਰ ਸਵਾਲ ਹੈ ਕਿ ਜਿਹੜੇ ਲੋਕ ਆਟਾ ਭੁੰਨ ਕੇ ਜਾਂ ਖੋਏ ਦੇ ਵਿੱਚ ਅਲਸੀ ਮਿਲਾਉਂਦੇ ਨੇ, ਉਹ ਮਤਲਬ ਨਹੀਂ ਹੈ ਤੁਹਾਡੇ ਵੱਲੋਂ ਕਿ ਉਹ ਉਦੋਂ ਸਹੀ ਤਰੀਕਾ ਨਹੀਂ ਹੈ? ਇਹਨੂੰ ਜੇ ਖਾਣਾ ਜੇ ਨਾ, ਉਹਦੀ ਡੋਜ਼ ਪੂਰੀ ਹੋਣਾ ਬਹੁਤ ਅਹਿਮ ਜੇ। ਠੀਕ ਹੈ। ਜੇ ਤੁਸੀਂ ਅਲਸੀ ਦੇ ਵਿੱਚ ਯਾਨੀ ਕੁਝ ਕੋਸ਼ਿਸ਼ ਕਰਦੇ ਨੇ ਕਿ ਕੋਧਰੇ ਦਾ ਆਟਾ ਅਸੀਂ ਮਿਲਾਇਆ, ਕੁਝ ਵੇਸਣ ਮਿਲਾ ਕੇ ਇਸ ਤਰੀਕੇ ਦੀ ਬਣਾਉਂਦੇ ਨੇ, ਤਾਂ ਫਿਰ ਉਹ ਡੋਜ਼ ਜਿੰਨੀ ਅਸਲ ਅਲਸੀ ਨੇ ਫਾਇਦਾ ਦੇਣਾ ਉਹ ਘੱਟ ਰਹਿ ਜਾਂਦਾ ਜੇ। ਤੇ ਜਿੰਨਾ ਘਿਓ ਅਸੀਂ ਵੱਧ ਇਸ ਤੋਂ ਉੱਪਰ ਪਾਈ ਜਾਵਾਂਗੇ, ਉਹ ਆਪਣੇ ਵੀ ਮਾੜੇ ਅਸਰ ਵਿਖਾਉਣੇ ਸ਼ੁਰੂ ਕਰ ਦਿੰਦਾ ਜੇ। ਸੋ ਇਸੇ ਲਈ ਕੋਸ਼ਿਸ਼ ਇਹੋ ਕੀਤੀ ਜਾਏ ਕਿ ਬਿਹਤਰੀਨ ਤਰੀਕਾ ਤਾਂ ਉਹਨੂੰ ਕੱਚਾ ਇਸੇ ਤਰੀਕੇ ਖਾਣਾ ਹੀ ਹੁੰਦਾ ਜੇ। ਉਹਨੂੰ ਕੁਛ ਵੀ ਨਾ ਬਣਾਇਆ ਜਾਏ। ਤਾਂ ਸਾਨੂੰ ਪੰਜਾਬੀਆਂ ਨੂੰ ਚਾਹ ਏ, ਤੇ ਮੇਰਾ ਤਾਂ ਚਿੱਤ ਕਰਦਾ ਜੇ ਅਸੀਂ ਗੁਰੂ ਘਰਾਂ ਵਿੱਚ ਵੀ ਕਿਤੇ ਗੁਲਾਬ ਜਾਮੁਨ, ਰਸਗੁੱਲੇ ਜਾਂ ਜਲੇਬੀਆਂ ਬੰਦ ਕਰਕੇ ਅਲਸੀ ਦੀਆਂ ਪਿੰਨੀਆਂ ਦੇਣੀਆਂ ਸ਼ੁਰੂ ਕਰ ਦਈਏ ਤੇ ਕਮਾਲ ਹੀ ਹੋ ਜਾਏਗਾ। ਪੰਜਾਬੀਆਂ ਦੀ ਸਿਹਤ ਕਿੱਡੀ ਤਗੜੀ ਹੋ ਜਾਣੀ ਹੈ, ਤੁਸੀਂ ਉੱਥੋਂ ਹੀ ਅੰਦਾਜ਼ਾ ਲਾ ਲਓ। ਜੀ ਜੀ ਬਿਲਕੁਲ। ਇੱਕ ਸਵਾਲ ਹੋਰ ਹੈ ਡਾਕਟਰ ਸਾਹਿਬ, ਇੱਕ ਨਾ ਪਤਾ ਨਹੀਂ ਇਹ ਮਿੱਥ ਹੈ ਜਾਂ ਕੀ ਹੈ, ਇਹ ਤੁਸੀਂ ਦੱਸਣਾ ਹੈ ਕਿ ਜ਼ਿਆਦਾਤਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਲਸੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹੀ ਤਰਕ ਹੁੰਦਾ ਹੈ ਕਿ ਗਰਮ ਬਹੁਤ ਹੁੰਦੀ ਹੈ, ਖਾਸ ਕਰਕੇ ਜਿਹੜੇ ਮੁੰਡੇ ਨੇ। ਦੇਖੋ, ਮੈਂ ਪਹਿਲਾਂ ਵੀ ਕਿਹਾ ਕਿ ਇਹਦੇ ਵਿੱਚ ਈਸਟਰੋਜਨ ਕਾਫੀ ਭਾਰੀ ਮਾਤਰਾ ਵਿੱਚ ਹੁੰਦਾ ਜੇ। ਸੋ ਇਸੇ ਲਈ ਮੈਂ ਵਾਰ-ਵਾਰ ਇਹਦੀ ਡੋਜ਼ ਅਪਰ ਲਿਮਿਟ ਦੱਸ ਰਹੀ ਸਾਂ ਕਿ ਤੁਸੀਂ ਕਦੇ ਵੀ 30 ਗ੍ਰਾਮ ਤੋਂ ਉੱਪਰ ਨਹੀਂ। ਤੇ ਜਿੰਨੇ ਵੀ ਕੈਂਸਰ ਜਾਂ ਹੋਰ ਚੀਜ਼ਾਂ ਤੇ ਖੋਜਾਂ ਵੀ ਹੋਈਆਂ, ਉਹ ਵੀ ਸਿਰਫ ਤੁਸੀਂ ਦੇਖੋ ਕਿ ਕੁੱਲ 25 ਗ੍ਰਾਮ ਤੱਕ ਹੀ ਦੇਣ ਦੀ ਗੱਲ ਕੀਤੀ ਗਈ ਹੈ। ਪਰ ਜਿੱਥੇ ਤੱਕ ਜਿਗਰ ਦਾ ਮੈਂ ਤੁਹਾਨੂੰ ਕਿਉਂਕਿ ਦੱਸਿਆ ਸੀ ਕਿ ਉੜਿਆ ਹੋਇਆ ਤੇ ਉਹ ਵੀ ਬੰਦੇ ਦਾ ਹੀ ਸੀਗਾ, ਤੇ ਜਿਵੇਂ ਉਹਨੂੰ ਆਰਾਮ ਆਇਆ। ਸੋ ਸਪਸ਼ਟ ਤਾਂ ਇਹ ਹੈ ਕਿ ਕਿਸੇ ਨੂੰ ਮਨਾਹੀ ਨਹੀਂ ਹੈ, ਸਿਵਾਏ ਇੱਕ ਪ੍ਰੈਗਨੈਂਸੀ ਹੋਵੇ ਜਾਂ ਦੁੱਧ ਪਿਆਉਂਦੀਆਂ ਮਾਵਾਂ ਨਹੀਂ ਲੈ ਸਕਦੀਆਂ। ਵਰਨਾ ਇਹ ਬੰਦਿਆਂ ਤੇ ਵੀ ਜੇ ਤੁਸੀਂ 2 ਚਮਚ ਰੋਜ਼ ਅਲਸੀ ਤੱਕ ਲੈ ਲੈਂਦੇ ਹੋ ਤਾਂ ਤੁਹਾਨੂੰ ਇਹ ਫਾਇਦਾ ਹੀ ਦੇਵੇਗੀ, ਕਿਉਂਕਿ ਬਲੱਡ ਪ੍ਰੈਸ਼ਰ ਸਭਨਾਂ ਨੂੰ ਹੋ ਸਕਦਾ। ਸੋ ਇਸੇ ਤਰ੍ਹਾਂ ਜਿਹੜੀਆਂ ਜਿਹਨਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ, ਮੋਟਾਪਾ, ਬਿਲਕੁਲ ਕੋਲੇਸਟ੍ਰੋਲ, ਮੋਟਾਪਾ, ਸ਼ੱਕਰ ਰੋਗ, ਇਹ ਸਭ ਫਾਇਦਾ ਹੀ ਲੈਣਗੇ। ਪਰ ਸ਼ੱਕਰ ਰੋਗ, ਖਾਸ ਕਰ ਡਾਇਬਟੀਜ਼ ਟਾਈਪ 2 ਚ 12 ਹਫ਼ਤੇ ਹੀ ਲੈਣੀ ਜੇ ਹਰ ਸਾਲ। ਕਹਿਣ ਦਾ ਭਾਵ ਇਹ ਹੈ ਕਿ ਇਹ ਵੀ ਸਿਆਣੀ ਗੱਲ ਹੀ ਸੀ ਕਹਿਣਾ ਕਿ ਸਿਰਫ ਸਰਦੀਆਂ 'ਚ ਹੀ ਲਓ। ਮੈਂ ਫਿਰ ਕਵਾਂ ਗਰਮ ਸਰਦ ਨੂੰ ਅਸੀਂ ਨਹੀਂ ਮੰਨਦੇ, ਪਰ ਉਹਦਾ ਮਕਸਦ ਇਹੋ ਸੀ ਕਿ ਲੋੜੋਂ ਵੱਧ ਨਾ ਖਾਧੀ ਜਾਵੇ। ਸਾਰਾ ਸਾਲ ਖਾ ਖਾ ਕੇ ਨੁਕਸਾਨ ਨਾ ਇਸ ਤੋਂ ਲੈ ਲਿਓ। ਇਹਦੇ ਵਾਧੂ ਈਸਟ੍ਰੋਜਨ ਜੋ ਕਿ ਬੰਦਿਆਂ ਵਿੱਚ ਛਾਤੀ ਦਾ ਉਭਾਰ ਬਣਾਉਣਾ ਸ਼ੁਰੂ ਕਰ ਸਕਦੇ ਨੇ। ਸੋ ਇਹ ਇਸੇ ਲਈ ਫਾਇਦਾ ਲੈਣਾ ਜੇ ਤਾਂ ਸੀਮਤ ਹੁੰਦਾ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਆਪਾਂ ਨੂੰ ਪਤਾ ਹੀ ਹੈ। ਸੋ ਪਿਆਰ ਮੁਹੱਬਤ ਵੀ ਲੋੜੋਂ ਵੱਧ ਤਾਂ ਬੱਚੇ ਨੂੰ ਵਿਗਾੜਦਾ ਹੀ ਜੇ। ਸੋ ਇਸੇ ਹੀ ਕਾਰਨ ਇਹਦੇ ਜਿੰਨੀਆਂ ਵੀ ਖੋਜਾਂ ਹੋਈਆਂ ਨੇ ਉਹ 12 ਹਫ਼ਤਿਆਂ ਤੱਕ ਦੀਆਂ ਹੀ ਹੋਈਆਂ ਨੇ। ਜੀ ਜੀ ਬਿਲਕੁਲ ਬਿਲਕੁਲ। ਸੋ ਇਹ ਤਾਂ ਸਾਰਿਆਂ ਲਈ ਇੱਕ ਹਮੇਸ਼ਾ ਲਈ ਹੀ ਨੁਕਤਾ ਹੈ ਕਿ ਜੇ ਕੋਈ ਵੀ ਚੀਜ਼ ਖਾਣ ਨਾਲ ਕਿਸੇ ਦੇ ਸਰੀਰ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜਾ ਕੇ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ, ਕਿਉਂਕਿ ਹਰ ਇੱਕ ਦੇ ਸਰੀਰ ਦੇ ਵਿੱਚ ਕੁਛ ਨਾ ਕੁਛ ਵੱਖਰਾ ਜ਼ਰੂਰ ਕੁਦਰਤ ਨੇ ਪਾਇਆ ਹੋਊਗਾ। ਸੋ ਡਾਕਟਰ ਸਾਹਿਬ ਨੇ ਸਾਨੂੰ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਅਲਸੀ ਨੂੰ ਲੈ ਕੇ। ਸੋ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਜਿੰਨੀ ਮਿੱਥੀ ਹੋਈ ਜਿਹੜੀ ਦੱਸੀ ਹੋਈ ਡਾਇਟ ਹੈ ਉਹੀ ਆਪਾਂ ਲਈਏ ਤੇ ਫਾਇਦਾ ਦੇਈਏ ਆਪਣੇ ਆਪ ਨੂੰ ਤੇ ਬਾਕੀ ਸਾਰਿਆਂ ਨੂੰ ਵੀ। ਬਿਲਕੁਲ। ਮੈਂ ਲਾਸਟ 'ਚ ਫਿਰ ਦੱਸ ਦਿਆਂ ਕਿ 70 ਰੁਪਏ ਦਾ ਕੈਪਸੂਲ ਜੇ ਜੋ ਅਲਸੀ ਤੋਂ ਬਣਿਆ ਅਸੀਂ ਬਾਜ਼ਾਰੋਂ ਐਂਟੀਆਕਸੀਡੈਂਟਸ ਵਜੋਂ ਜਾਂ ਇਹਦੇ ਫਾਇਦੇ ਵਜੋਂ ਬਲੱਡ ਪ੍ਰੈਸ਼ਰ ਦੀਆਂ ਜਦੋਂ ਗੋਲੀਆਂ ਚੱਲ ਰਹੀਆਂ ਉਹਦੇ ਨਾਲ ਲੈ ਰਹੇ ਹਾਂ, ਤਾਂ ਹੀ ਤੁਹਾਨੂੰ ਇਹ ਦੱਸਿਆ ਸੀ ਕਿ ਉਹਦੀ ਥਾਂ ਤੇ ਆਪਣੀ ਬਣਾ ਲਓ ਇਹ। ਪਰ ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ। ਇਹ ਸਾਰੇ ਦੇ ਸਾਰੇ ਪ੍ਰੋਗਰਾਮ 'ਚ ਇੱਕ ਵੀ ਵਾਰ ਅਸੀਂ ਨਹੀਂ ਕਿਹਾ ਕਿ ਹਰ ਕੈਂਸਰ ਦੇ ਮਰੀਜ਼ ਲਈ, ਹਰ ਬਲੱਡ ਪ੍ਰੈਸ਼ਰ ਦੇ ਮਰੀਜ਼ ਲਈ ਇੱਕੋ ਹੀ ਇਹੀ ਫਾਇਦਾ ਦੇਏਗੀ ਗੱਲ, ਕਿਤੇ ਵੀ ਨਹੀਂ ਕਿਹਾ। ਦਵਾਈ ਮੈਂ ਵਾਰ-ਵਾਰ ਜ਼ੋਰ ਪਾਇਆ, ਰੈਗੂਲਰ ਲਓ, ਦਵਾਈ ਲੈਣੀ ਹੀ ਲੈਣੀ ਹੈ। ਹਰ ਸਰੀਰ ਦੇ ਅੰਦਰ ਹੋ ਸਕਦਾ ਕਿਸੇ ਦਾ ਗੁਰਦਾ ਖਰਾਬ ਹੈ, ਕਿਸੇ ਦਾ ਜਿਗਰ ਖਰਾਬ ਹੈ, ਕਿਸੇ ਨੂੰ ਨਾਲ ਹੋਰ 100 ਰੋਗ ਹੋ ਸਕਣਗੇ। ਉਹਨਾਂ ਦੇ ਵਿੱਚ ਹਰ ਚੀਜ਼ ਦੀ ਮਾਤਰਾ ਸਿਰਫ ਡਾਕਟਰੀ ਸਲਾਹ ਨਾਲ ਲਈ ਜਾਵੇ, ਇਸੇ ਤਰ੍ਹਾਂ ਨਾ ਆਪਣੇ ਆਪ ਲਈ ਜਾਏ। ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਵੱਡਮੁੱਲੀ ਜਾਣਕਾਰੀ ਦੇਣ ਦੇ ਲਈ। ਅਗਲੇ ਹਫ਼ਤੇ ਫੇਰ ਸਾਰੇ ਦਰਸ਼ਕਾਂ ਨੂੰ ਮਿਲਾਂਗੇ। ਤੁਸੀਂ ਵੀ ਆਪਣਾ ਧਿਆਨ ਰੱਖਿਓ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ।